श्री वाहेगुरु साहिब जी। तनासरी महला पहला। जीव तपत है बारो बार, तप तप खपा बहुत बेकार। जै तन बाणी विसर जाए, ज्यों पक्का रोगी विल लाए। जीव तपत है बारो बार, तप तप खपै बहुत बेकार। जै तन बाणी विसर जाए, ज्यों पक्का रोगी विल लाए। बहुता बोलना झखण होए, विण बोले जान सब सोए। रहाओ जिन कन कीते अखी नाक, जिन जेवा दिती बोले तात। जिन मन राखिया अग्नि पाए, वाजै पवन आखै सब जाए। जेता मोह प्रीत स्वाद, सबा कालख दागा दाग। दाग दोष मोहे चलिया लाए, दरगाह बैसन नाही जाए। कर्म मिलै आखन तेरा नाम, जित लग तरना होर नहीं थाओ। जे को डूबै फिर होवे सार, नानक साचा सर्ब दातार। कर्म मिलै आखन तेरा नाम, जित लग तरना होर नहीं थाओ। जे को डूबै फिर होवे सार, नानक साचा सर्ब दातार। वाहिगुरु जी का खालसा, वाहिगुरु जी की फतेह। कृपा करो दीन के दाते, कृपा करो दीन के दाते।
माटी का क्या तोपै स्वामी, मानस की गत ही मैं ताण दीवान तू है मेरे स्वामी। मैं तुद आगे अरदास मैं होर थाऊं नाही, जिस पे करूं बिनती मेरा दुख सुख तुद ही पास। मैं होर थाऊं नाही, जिस पे करूं बिनती मेरा दुख सुख तुद ही पास। परम सन्मानी योग जुगो जुग अटल चवर छत्र तखत दे मालिक, दया सिंध कृपा निध धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जो अकाल पुरख वाहिगुरु ਵੱਲੋਂ बख्शिश कीते हुए मानस जन्म दियां अमोलक घड़ियां दुर्लभ ਦੇ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਨਦਰ ਕਿਰਪਾ ਬਖਸ਼ਿਸ਼ਾਂ ਨਾਲ ਭਰਿਆ ਹੋਇਆ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ आप समूह संगतां ने नतमस्तक होके खुशियां नाल झोलियां भरियां हन। अमृत वेले सतगुर जी ने समुचे संसार समुची लुकाई समुचे जगत दे कल्याण भले वास्ते जो मुख वाक हुक्मनामे दे रूप विच बख्शिश कीता है, इस पावन मुख वाक दी विचार करन वास्ते ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਤੁਰਕੀ ਇਲਾਹੀ ਬਾਣੀ ਦਾ ਪਾਵਨ ਸ਼ਬਦ ਜੋ ਤਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 661 ਉੱਤੇ ਸੁਭਾਏਮਾਨ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ਾਂ ਕਰ ਰਹੇ ਹਨ ਉਹ ਸਮੁੱਚੇ ਸੰਸਾਰ ਦੇ ਲੋਕਾਂ ਦੇ ਕੰਮ ਆਉਣ ਵਾਲੀ ਹੈ ਔਰ ਤੁਰਕੀ ਇਲਾਹੀ ਬਾਣੀ ਦਾ ਉਪਦੇਸ਼ ਸਮੁੱਚੀ ਕਾਇਨਾਤ ਦੇ ਕਲਿਆਣ ਵਾਸਤੇ ਰਚਿਆ ਗਿਆ। ਇਹ ਉਪਦੇਸ਼ ਕੱਲਾ ਸਿੱਖਾਂ ਵਾਸਤੇ ਨਹੀਂ, ਇਹ ਉਪਦੇਸ਼ दुनिया का कोई भी मनुख जपेगा, भावें वो जैनी है बोधी है ईसाई है मुसाई है पारसी है मुसलमान है, महाराज ने हुक्म किया जो जो जपे तिस की गत होए। तुर्की इलाही बाणी का उपदेश जो भी धारण करेगा डेफिनेट उस बंदे दी इस संसार के दुखों तो जन्म मरण तो और विकारां तो मुक्ति होएगी। अज सतगुर जी उस जिंद का जिक्र कर रहे हैं, उस जीव का जिक्र कर रहे हैं जिसनों गुरु की बाणी रब का उपदेश परमेश्वर वाहिगुरू जी की याद विसर गई ते विसरन तो बाद फिर दुख की मिलता है। फिर महाराज जी चेते कराउंदे कि तैनू ये दुख क्यों लग्या है,
ਤੂੰ ਕਰਨਾ ਕੀ ਸੀ, ਸੰਸਾਰ ਵਿੱਚ ਕੀਤਾ ਕੀ ਹੈ, ਔਰ ਇਸ ਕਰਨ ਦੇ ਬਦਲੇ ਜਿਹੜੇ ਤੈਨੂੰ ਦਾਗ ਤੇ ਦੋਸ਼ ਲੱਗੇ ਹਨ, ਉਹਨਾਂ ਕਾਰਨਾਂ ਕਰਕੇ ਤੈਨੂੰ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲੇਗੀ। ਵਾਰ-ਵਾਰ ਤੇਰਾ ਜਨਮ ਮਰਨ, ਟੇਢੀਆਂ ਜੂਨਾਂ, ਦੁੱਖ ਮਿਲਣਗੇ। ਫਿਰ ਅਖੀਰ ਤੇ ਜਾ ਕੇ ਸਤਿਗੁਰ ਜੀ ਸਾਨੂੰ ਸੰਸਾਰੀ ਜੀਵਾਂ ਦੀ ਆਸ ਵੱਧਦੇ ਹਨ ਕਿ ਨਿਰਾਸ਼ ਨਾ ਹੋਈ। ਜੇ ਤੇਰੇ ਕੋਲੋਂ ਸੰਸਾਰ ਵਿੱਚ ਕੋ ਕਰਮ ਪਾਪ ਰੱਬ ਨੂੰ ਵਿਸਰ ਕੇ ਭੁੱਲਾਂ ਹੋਈਆਂ ਨੇ ਤੇ ਨਿਰਾਸ਼ ਨਾ ਹੋ ਕੇ ਬਹਿ ਜਾਈ। ਇੱਕ ਆਸ ਦੀ ਕਿਰਨ ਹੈ, ਤੂੰ ਗੁਰੂ ਦੇ ਅੱਗੇ ਆਪਾ ਸਮਰਪਣ ਕਰ। ਜੇ ਗੁਰੂ ਨੇ ਤੇਰੇ ਉੱਤੇ ਕਰਮ ਬਖਸ਼ਿਸ਼ ਕਰ ਦਿੱਤੀ, ਤੇਰਾ ਮਨ ਆਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਿਆ, ਤੇ ਫਿਰ ਇਹ ਵੀ ਸੱਚ ਹੈ, ਜਿਸ ਪਰਮਾਤਮਾ ਦੇ ਘਰ ਦਾਗ ਤੇ ਦੋਸ਼ਾਂ ਨਾਲ ਭਰੇ ਬੰਦੇ ਨੂੰ ਥਾਂ ਨਹੀਂ। ਜਿੱਦਣ ਗੁਰੂ ਦੀ ਜਾਮਣੀ ਪੈ ਜਾਂਦੀ ਹੈ, ਉਦਣ ਸਾਰੇ ਪੜਦੇ, ਸਾਰੇ ਪਾਪ ਪੜਦਿਆਂ ਪਾ ਕੇ ਕੱਜ ਕੇ ਗੁਰੂ ਰੱਬ ਦੇ ਘਰ ਉਸ ਜੀਵ ਨੂੰ ਪ੍ਰਵਾਨ ਕਰਾ ਦਿੰਦਾ। ਪਰਮਾਤਮਾ ਬਹੁਤ ਮਹਾਨ ਹੈ, ਉਹ ਦਿਆਲੂ ਹੈ। ਉਹ ਔਗਣ ਦੇਖ ਕੇ ਵੀ ਸੰਸਾਰ ਦੇ ਲੋਕਾਂ ਤੇ ਕ੍ਰੋਧਮਾਨ ਨਹੀਂ ਹੁੰਦਾ। ਤੂੰ ਉਹਦੇ ਅੱਗੇ ਆਪਾ ਸਮਰਪਣ ਕਰ, ਔਰ ਜੇ ਸਤਿਗੁਰ ਦੀ ਨਦਰ ਕਿਰਪਾ ਹੋਈ, ਤੇਰੇ ਸਾਰੇ ਗੁਨਾਹ ਤੇ ਪਾਪ ਬਖਸ਼ੇ ਜਾਣਗੇ। ਸਤਿਗੁਰ ਜੀ ਸਾਨੂੰ ਆਸ ਵਾਲਾ ਰਸਤਾ ਦਿਖਾਉਂਦੇ ਹਨ। ਆਓ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪੋ ਆਪਣੀ ਸੁਰਤ ਜੋੜੀਏ। ਜਿਹੜੀਆਂ ਸੰਗਤਾਂ ਦੂਰ ਦਰੇਡੇ ਘਰਾਂ ਵਿੱਚ ਬੈਠੇ ਹੋ, ਮਨ ਚਿੱਤ ਇਕਾਗਰ ਕਰਕੇ ਲਾਓ ਹਾਜ਼ਰੀ। ਦੋਵੇਂ ਹੱਥ ਜੋੜ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਨਾਸਰੀ ਰਾਗ ਅੰਦਰ ਬਖਸ਼ਿਸ਼ ਕਰਦੇ ਹਨ। ਇਸ ਰਾਗ ਦਾ ਇਹ 5ਵਾਂ ਸ਼ਬਦ ਹੈ, ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਜੀਓ ਤਪਤ ਹੈ ਬਾਰੋ ਵਾਰ। ਜੀਓ ਦਾ ਅਰਥ ਹੈ ਜਿੰਦ। ਜਿੰਦ ਕਹੀਏ ਆਤਮਾ ਨੂੰ। ਇਹ ਜਿਹੜਾ ਜੀਵ ਹੈ, ਇਹ ਜੀਵ ਆਤਮਾ, ਇਹ ਜਿੰਦ ਬਾਰ-ਬਾਰ ਤਪ ਰਹੀ, ਭਾਵ ਦੁਖੀ ਹੋ ਰਹੀ ਹੈ, ਬਾਰ-ਬਾਰ ਬਿਲਕ ਰਹੀ ਹੈ। ਬਾਰ-ਬਾਰ ਇਸ ਨੂੰ ਦੁੱਖ ਤੇ ਤਪਸ਼ ਕਿਉਂ ਆਉਂਦੀ ਹੈ? ਕਿਉਂਕਿ ਇਹਨੂੰ ਰੱਬ ਪਰਮਾਤਮਾ ਵਾਹਿਗੁਰੂ ਜੀ ਦੀ ਆਸ ਵਿਸਰ ਗਈ। ਇੱਕ ਧਿਆਨ ਨਾਲ ਬਚਨ ਹਿਰਦੇ ਵਿੱਚ ਵਸਾਇਓ ਕਿ ਇਹ ਜਿੰਦ ਹੀ ਕਿਉਂ ਤੜਫਦੀ ਹੈ। ਇਸ ਜੀਵ ਆਤਮਾ ਨੂੰ ਤਪਸ਼ ਕਿਹੜੀ ਚੀਜ਼ ਦੀ ਹੈ? ਇਸ ਜਿੰਦ ਆਤਮਾ ਨੂੰ ਦਰਦ ਕਿਸ ਚੀਜ਼ ਦਾ ਹੈ? ਤਾਂ ਮਹਾਰਾਜ ਜੀ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਤੈਨੂੰ ਦਿਸ ਰਿਹਾ ਹੈ, ਮਨੁੱਖੀ ਮਨ ਦਾ ਸੁਭਾਅ ਹੈ। ਜੋ ਕੁਝ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਇਹ ਉਹਦੀ ਆਸ ਰੱਖ ਕੇ ਤੁਰ ਪੈਂਦਾ। ਸਭ ਤੋਂ ਪਹਿਲਾਂ ਇਹਨੂੰ ਆਪਣੇ ਸਰੀਰ ਦੀ ਆਸ ਹੈ। ਅਜੇ ਮੈਂ ਜਵਾਨ ਹੋਣਾ ਹੈ, ਅਜੇ ਮੇਰੇ ਸਰੀਰ ਤੇ ਜਵਾਨੀ ਆਉਣੀ ਹੈ, ਅਜੇ ਮੈਂ ਫਲਾਣੇ ਕੰਮ ਕਰਨੇ ਨੇ। ਫਿਰ ਜਵਾਨ ਹੋ ਕੇ ਇਹਨੂੰ ਬੁਢੇਪੇ ਦੀ ਆਸ ਹੈ, ਮੈਂ ਬਿਰਧ ਹੋਵਾਂਗਾ, ਮੇਰਾ ਸਾਰਾ ਸਮਾਜ, ਮੇਰਾ ਪਰਿਵਾਰ, ਮੇਰੇ ਰਿਸ਼ਤੇਦਾਰ ਮੇਰਾ ਸਤਿਕਾਰ ਕਰਨਗੇ, ਫਿਰ ਮੇਰਾ ਹੁਕਮ ਮੰਨਿਆ ਕਰਨਗੇ। ਅਨੇਕਾਂ ਆਸਾਂ ਰੱਖ ਕੇ ਤੁਰਦਾ। ਜਿਹੜਾ ਜ਼ਿੰਦਗੀ ਵਿੱਚ ਪੈਸਾ ਕਮਾਇਆ, ਉਸ ਪਦਾਰਥ ਪੈਸੇ ਦੀ ਆਸ, ਪੁੱਤਰ ਧੀਆਂ ਦੀ ਆਸ, ਸੰਸਾਰ ਵਿੱਚ ਜੋ ਕੁਝ ਵੀ ਦਿਸਦਾ ਕਿਸੇ ਨਾ ਕਿਸੇ ਉੱਤੇ ਆਸ ਰੱਖ ਕੇ ਤੁਰਦਾ। ਪਰ ਕੁਦਰਤ ਦਾ ਇੱਕ ਨਿਯਮ ਹੈ, ਜੋ ਕੁਝ ਸਾਨੂੰ ਨਜ਼ਰ ਆਉਂਦਾ ਉਹ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ। ਧਿਆਨ ਵਿੱਚ ਰੱਖਿਓ, ਇਹ ਜ਼ਰੂਰੀ ਨਹੀਂ ਕਿ ਸੰਸਾਰ ਵਿੱਚ ਤੁਹਾਡੇ ਕੋਲ ਪੈਸਾ ਘਟ ਜਾਏ ਤੇ ਦੁਨੀਆ ਤੁਹਾਡਾ ਸਾਥ ਛੱਡ ਜਾਂਦੀ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਗਰੀਬ ਹੋ ਗਏ ਤੇ ਲੋਕ ਤੁਹਾਡੇ ਤੋਂ ਮੁੱਖ ਮੋੜ ਲੈਣਗੇ। ਇਹ ਵੀ ਹਕੀਕਤ ਹੈ, ਦੋਵਾਂ ਹਾਲਤਾਂ ਵਿੱਚ ਸੰਸਾਰ ਆਪਣੀ ਆਸ ਗਵਾਉਂਦਾ ਹੈ। ਤੁਸੀਂ ਸੰਸਾਰ ਦੇ ਉਸ ਪੈਮਾਨੇ ਤੋਂ ਗਰੀਬੀ ਵਿੱਚ ਚਲੇ ਜਾਓਗੇ ਤਾਂ ਵੀ ਦੁਨੀਆ ਦੇ ਲੋਕ ਮੂੰਹ ਫੇਰ ਲੈਣਗੇ। ਜਿੱਦਣ ਆਪਣੇ ਤੋਂ 4 ਕਦਮ ਅੱਗੇ ਲੰਘੋਗੇ ਤਾਂ ਵੀ ਤੁਹਾਡੇ ਨਾਲ ਚੱਲਣ ਵਾਲੇ ਲੋਕ ਤੁਹਾਡੇ ਨਾਲ ਮੂੰਹ ਫੇਰ ਲੈਣਗੇ।
ਦੋਵਾਂ ਹਾਲਾਤਾਂ ਵਿੱਚ ਸੰਸਾਰ ਦੇ ਲੋਕ ਆਸ ਤੋੜ ਦਿੰਦੇ ਨੇ। ਗਰੀਬੀ ਵਿੱਚ ਜਾਓਗੇ, ਸੰਸਾਰ ਦੇ ਲੋਕ ਤਾਂ ਵੀ ਇਸ ਤਰ੍ਹਾਂ ਨੇ ਕਿ ਤੁਹਾਡਾ ਸਾਥ ਛੱਡ ਦੇਣਗੇ, ਔਰ ਜਦੋਂ ਅਮੀਰੀ ਵਿੱਚ ਜਾਓਗੇ ਤਾਂ ਵੀ ਇਹ ਦੁੱਖ ਵਿਆਪੇਗਾ। ਬਹੁਤੇ ਲੋਕ ਉਦੋਂ ਵੀ ਤੁਹਾਡਾ ਸਾਥ ਛੱਡ ਜਾਣਗੇ ਜਦੋਂ ਕੋਈ ਬੰਦਾ ਆਪਣੀ ਪੋਜੀਸ਼ਨ ਤੋਂ ਡਾਊਨ ਹੁੰਦਾ ਹੈ, ਲੋਕ ਉਦੋਂ ਵੀ ਮੂੰਹ ਮੋੜਦੇ ਨੇ। ਜਦੋਂ ਕੋਈ ਦੁਨੀਆ ਵਿੱਚ ਤਰੱਕੀ ਕਰਦਾ, ਲੋਕ ਉਦੋਂ ਵੀ ਮੂੰਹ ਮੋੜਦੇ ਨੇ। ਦੋਵਾਂ ਪਾਸੇ ਸੰਸਾਰ ਦੁੱਖ ਤੇ ਦੁਸ਼ਮਣ ਬਣਦਾ ਹੈ। ਹਰ ਹਾਲਤ ਵਿੱਚ ਦੁਨੀਆ ਦੀ ਚੀਜ਼ ਆਪਣੀ ਜਗ੍ਹਾ ਤੋਂ ਹਿਲ ਜਾਂਦੀ ਹੈ। ਪੁੱਤਰ ਧੀਆਂ ਤੇ ਆਸ ਹੈ, ਜਿੱਦਣ ਆਸ ਟੁੱਟਦੀ ਹੈ ਉਦਣ ਜਿੰਦ ਤਪਦੀ ਹੈ। ਪੈਸੇ ਉੱਤੇ ਆਸ ਹੈ, ਜਿੱਦਣ ਘਟਦਾ ਉਦਣ ਜੀਵ ਆਤਮਾ ਨੂੰ ਤਪਸ਼ ਆਉਂਦੀ ਹੈ। ਔਰ ਖਿਆਲ ਕਰਿਓ, ਬੰਦੇ ਨੂੰ ਸਰੀਰ ਤੇ ਆਸ ਤੇ ਦੁਨੀਆ ਦੇ ਕੰਮਾਂ ਤੇ ਆਸ, ਜਿੱਦਣ ਸਰੀਰ ਨੂੰ ਰੋਗ ਲੱਗਦਾ ਉਦਣ ਵੀ ਜਿੰਦ ਤਪਦੀ ਹੈ। ਕਿਉਂਕਿ ਇਹ ਚੀਜ਼ ਆਪਣੀ ਜਗ੍ਹਾ ਤੋਂ ਹਿਲਦੀ ਹੈ। ਇਹ ਸੰਸਾਰ ਨੇ ਘਟਦਾ ਵੱਧਦਾ ਰਹਿਣਾ ਹੈ। ਪਦਾਰਥ ਰੱਬ ਨੇ ਬਣਾਇਆ ਹੀ ਇਸ ਤਰ੍ਹਾਂ ਹੈ। ਉਹਦੇ ਵਿੱਚ ਜਿੰਨਾ ਬੰਦਾ ਆਸ ਰੱਖ ਕੇ ਤੁਰਦਾ ਹੈ, ਉਨੀ ਜਿੰਦ ਆਤਮਾ ਦੁਖੀ ਹੁੰਦੀ ਹੈ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਤੇਰੀ ਜਿੰਦ ਦੇ ਦੁਖੀ ਹੋਣ ਦਾ ਕਾਰਨ ਹੈ ਤੂੰ ਉਹਨਾਂ ਚੀਜ਼ਾਂ ਤੇ ਆਸ ਰੱਖ ਲਈ ਜਿਨ੍ਹਾਂ ਨੇ ਆਪਣੀ ਜਗ੍ਹਾ ਤੋਂ ਹਿੱਲ ਜਾਣਾ ਹੈ, ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦੇਣਾ, ਜੋ ਸਦੀ ਵੀ ਤੇਰਾ ਸਾਥ ਨਹੀਂ ਦੇ ਸਕਦੇ। ਦੁਨੀਆ ਦਾ ਸਾਥ ਹੈ ਪਰ ਭੰਗ ਰੂਪ ਵਿੱਚ ਹੈ। ਭੰਗ ਸਮਝਦੇ ਹੋ, ਖੰਡਿਤ ਹੋਣ ਵਾਲਾ। ਅੱਜ ਹੈ, ਕੱਲ ਨਹੀਂ ਹੋਏਗਾ। ਅੱਜ ਸਰੀਰ ਤੰਦਰੁਸਤ ਹੈ, ਕੱਲ ਹੋ ਸਕਦਾ ਨਾ ਹੋਵੇ। ਅੱਜ ਤੇਰੇ ਸੰਸਾਰ ਦੇ ਲੋਕ ਤੇਰੇ ਮਗਰ ਚੱਲਦੇ ਨੇ, ਕੱਲ ਹੋ ਸਕਦਾ ਤੇਰੇ ਵਿਰੋਧ ਵਿੱਚ ਖਲੋ ਜਾਣ। ਅੱਜ ਪੁੱਤਰ ਧੀਆਂ ਸੰਸਾਰ ਪਰਿਵਾਰ ਤੇਰੇ ਨਾਲ ਹੈ, ਕੱਲ ਨੂੰ ਹੋ ਸਕਦਾ ਇਹ ਭੰਗ ਹੋ ਜਾਣਗੇ, ਤੇਰੇ ਸਾਥ ਨਹੀਂ ਰਹਿਣਗੇ। ਇਹ ਖਿਆਲ ਵਿੱਚ ਰੱਖਿਓ। ਜਦੋਂ ਬੰਦਾ ਸਰੀਰ ਕਰਕੇ ਰੋਗੀ ਹੁੰਦਾ ਹੈ, ਮੈਨੂੰ ਮਾਫ ਕਰਿਓ, ਭਾਵੇਂ ਇੱਕ ਮਾਂ ਦੇ 4 ਪੁੱਤਰ ਹੋਣ, ਗੁਸਤਾਖੀ ਮਾਫ, ਸਰੀਰ ਦਾ ਰੋਗ ਲੰਬਾ ਹੋ ਜਾਏ, ਜਿਹੜੇ ਆਪਣੀ ਜ਼ੁਬਾਨ ਤੋਂ ਮਾਂ ਜਾਂ ਪਿਓ ਕਹਿ ਕੇ ਨਹੀਂ ਥੱਕਦੇ, ਜਿਨ੍ਹਾਂ ਦੀ ਖਾਤਰ ਸਭ ਕੁਝ ਮਿਹਨਤ ਕਰਕੇ ਸਰੀਰ ਤੇ ਦੁੱਖ ਸੁੱਖ ਝੱਲ ਕੇ ਬੰਦਾ ਬਣਾਉਂਦਾ ਹੈ, ਜਿੱਦਣ ਸਰੀਰ ਰੋਗੀ ਹੁੰਦਾ ਉਦਣ ਉਹ ਲੰਬਾ ਸਾਥ ਨਹੀਂ ਦਿੰਦੇ। ਸਾਥ ਭੰਗ ਹੈ। ਰਾਤ ਪੈਗੀ ਉਹ ਆਪਣੇ ਘਰ ਚਲੇ ਜਾਣਗੇ, ਰਾਤ ਪੈਗੀ ਉਹ ਸੌ ਜਾਣਗੇ। ਇੱਥੋਂ ਤੱਕ 4 ਪੁੱਤਰ ਹੋਣਗੇ, ਇੱਕ ਦੂਜੇ ਨਾਲ ਲੜਨਗੇ, ਮੇਰੇ ਕਿਹੜਾ ਕੱਲੇ ਦੀ ਮਾਂ ਹੈ, ਜਿੱਦਾਂ ਦੀ ਮੇਰੀ ਉਦਾਂ ਦੀ ਤੇਰੀ, ਤੂੰ ਵੀ ਹੁਣ ਰਾਤ ਰਹਿ। ਹਸਪੀਟਲ ਵਿੱਚ ਮੈਂ 2 ਰਾਤਾਂ ਰਿਹਾ, ਤੂੰ ਵੀ 2 ਰਹਿ। ਅੱਧਾ ਖਰਚਾ ਮੈਂ ਦਿੱਤਾ, ਅੱਧਾ ਤੂੰ ਦੇ। ਦੁਨੀਆ ਦਾ ਸਾਥ ਭੰਗ ਰੂਪ ਵਿੱਚ ਹੈ, ਇਹ ਸਦਾ ਨਹੀਂ ਰਹਿੰਦਾ। ਮਰਨ ਤੋਂ ਬਾਅਦ ਵੀ ਲੋਕੀ ਲੜ ਕੇ ਕਹਿੰਦੇ ਨੇ ਅੱਧਾ ਖਰਚਾ ਤੂੰ ਪਾ ਤੇ ਅੱਧਾ ਭੋਗਦਾ ਮੈਂ ਪਾਵਾਂਗਾ। ਇਹ ਦੁਨੀਆ ਦਾ ਸਾਥ ਭੰਗ ਹੈ। ਮੇਰੇ ਗੁਰੂ ਨੇ ਕਿਹਾ ਇੱਕੋ ਸਾਥ ਅਪੰਗ ਹੈ, ਉਹ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ। ਨਾ ਉਹ ਸੁੱਖ ਵਿੱਚ ਦੂਰ ਹੁੰਦਾ ਹੈ, ਨਾ ਦੁੱਖ ਵਿੱਚ ਦੂਰ ਹੁੰਦਾ ਹੈ, ਨਾ ਉਹ ਤੰਦਰੁਸਤੀ ਵੇਲੇ ਤੇਰਾ ਸਾਥ ਛੱਡਦਾ ਤੇ ਨਾ ਰੋਗੀ ਹੋਣ ਤੇ ਛੱਡੇਗਾ। ਉਹ ਬੰਦਿਆ, ਦੁਨੀਆ ਅੰਤ ਤੇਰੇ ਮਰਨ ਤੇ ਸਾਥ ਛੱਡ ਜਾਏਗੀ। ਇੱਕ ਅਪੰਗ ਸਾਥ ਹੈ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਛੱਡੇਗਾ, ਦਰਗਾਹ ਤੱਕ ਨਿਵੇਗਾ। ਮਹਾਰਾਜ ਉਹ ਸਾਥ ਕਿਹੜਾ ਹੈ? ਹਜ਼ੂਰ ਨੇ ਕਿਹਾ ਉਹਨੂੰ ਲੱਭ, ਗੁਰੂ ਕੋਲ ਆ ਕੇ ਭਾਲ ਕਰ ਉਸ ਸਾਥ ਦੀ। ਉਹਨੂੰ ਸਾਹਿਬ ਨੇ ਕਿਹਾ ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਜਿਹੜੇ ਸੰਸਾਰ ਦੇ ਕੱਚੇ ਸੀ, ਜਿਨ੍ਹਾਂ ਨੂੰ ਤੋੜਨ ਵਾਸਤੇ ਕਿਹਾ, ਉਹਨਾਂ ਨੂੰ ਮਹਾਰਾਜ ਨੇ ਕਿਹਾ ਓਏ ਜੀ ਬੰਦੇ ਵਿਛੜੇ, ਓਏ ਮੁਆ ਨਾ ਜਾਈ ਛੋੜ। ਉਹ ਹੈ ਗੁਰੂ ਦਾ ਸਾਥ, ਉਹ ਹੈ ਗੁਰੂ ਦੇ ਸ਼ਬਦ ਦਾ ਸਾਥ, ਜਿਹੜਾ ਤੈਨੂੰ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡੇਗਾ। ਦੁਨੀਆ ਵਿੱਚ ਜਿੰਦ ਤਾਂ ਤਪਦੀ ਹੈ ਕਿਉਂਕਿ ਬੰਦਾ ਜਿਹਦੇ ਤੇ ਆਸ ਰੱਖਦਾ, ਇੱਕ ਦਿਨ ਉਹ ਆਸ ਟੁੱਟਦੀ ਹੈ, ਅੰਦਰ ਦਾ ਜੀਓ ਜਿੰਦ ਫਿਰ ਤਪਦੀ ਹੈ ਤੇ ਦੁਖੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇਹ ਬਾਰ-ਬਾਰ ਹੁੰਦਾ, ਕਈ ਜਨਮਾਂ ਤੋਂ ਹੋ ਰਿਹਾ, ਅੱਗੇ ਵੀ ਹੋਏਗਾ। ਜੇ ਤੈਨੂੰ ਇਸ ਗੱਲ ਦੀ ਸਮਝ ਨਾ ਲੱਗੇ, ਤਪ ਤਪ ਖਪੈ ਬਹੁਤ ਬੇਕਾਰ। ਤੇ ਬਾਰ-ਬਾਰ ਇਹ ਜਿੰਦ ਆਤਮਾ ਤਪਦੀ ਰਹੇਗੀ, ਖੁਆਰ ਹੁੰਦੀ ਰਹੇਗੀ, ਵਿਕਾਰਾਂ ਵਿੱਚ, ਦੁੱਖਾਂ ਵਿੱਚ, ਰੋਗਾਂ ਵਿੱਚ, ਬਿਮਾਰੀਆਂ ਵਿੱਚ। ਫਿਰ ਜਨਮ ਲਏਗਾ, ਫਿਰ ਰੋਗ ਭੋਗੇਗਾ। ਇਸ ਤਰ੍ਹਾਂ ਇਹ ਸਿਲਸਿਲਾ ਪਿਛਲੇ ਕਈ ਜਨਮਾਂ ਤੋਂ ਚੱਲ ਰਿਹਾ ਹੈ, ਅੱਗੇ ਵੀ ਚੱਲਦਾ ਰਹੇਗਾ। ਇਹ ਦੁੱਖ, ਇਹ ਖੁਆਰੀ ਤੇਰੇ ਪੱਲੇ ਤਦੋਂ ਤੱਕ ਰਹੇਗੀ ਜਦੋਂ ਤੱਕ ਤੈਨੂੰ ਆਸ ਨਾ ਤੋੜਨ ਵਾਲੇ ਉਸ ਪਰਮਾਤਮਾ ਵਾਹਿਗੁਰੂ ਜੀ ਤੇ ਵਿਸ਼ਵਾਸ ਨਹੀਂ ਵੱਜਦਾ, ਜਦੋਂ ਤੱਕ ਤੂੰ ਉਸ ਭੰਗ ਅਕਾਲ ਪੁਰਖ ਨਾਲ ਨਹੀਂ ਜੁੜਦਾ। ਤਾਈਓ ਸਾਹਿਬ ਨੇ ਕਿਹਾ ਇੱਕੋ ਸਾਥ ਹੈ, ਜਿਹੜਾ ਅਪੰਗ ਹੈ ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ। ਉਹਦੇ ਅੱਗੇ ਅਰਦਾਸ ਕਰਿਆ ਕਰ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ,
ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਉਹਦਾ ਸਾਥ ਅਭੰਗ ਰੂਪ ਵਿੱਚ ਹੈ, ਉਹਦੇ ਅੱਗੇ ਅਰਦਾਸ ਕਰ, ਨਹੀਂ ਤੇ ਬਾਰ-ਬਾਰ ਜਨਮ ਮਰਨ ਵਿੱਚ ਖੁਆਰ ਹੋਏਗਾ। ਜੈ ਤਨ ਬਾਣੀ ਵਿਸਰ ਜਾਏ। ਮਹਾਰਾਜ ਜੀ ਨੇ ਬਚਨ ਕਿਹਾ ਜਿਸ ਨੂੰ ਬਾਣੀ ਵਿਸਰ ਜਾਂਦੀ ਹੈ। ਹੁਣ ਇੱਥੇ ਬਾਣੀ ਦਾ ਅਰਥ ਮਹਾਰਾਜ ਦੀ ਬਾਣੀ ਵਿੱਚੋਂ ਤੁਹਾਨੂੰ ਜਵਾਬ ਮਿਲੇਗਾ। ਬਾਣੀ ਗੁਰੂ, ਗੁਰੂ ਹੈ ਬਾਣੀ। ਜਿਹਨੂੰ ਗੁਰੂ ਵਿਸਰ ਜਾਂਦਾ ਹੈ, ਗੁਰੂ ਦੇ ਅਰਥ ਨੇ ਗਿਆਨ, ਗੁਰੂ ਦੇ ਅਰਥ ਨੇ ਉਹ ਚਾਨਣ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦਾ ਹੈ। ਗੁਰੂ ਦਾ ਅਰਥ ਹੈ ਉਹ ਆਗੂ ਜਿਹੜਾ ਕਿਸੇ ਉਜਾੜ ਪਏ ਹੋਏ ਨੂੰ ਰਸਤਾ ਦਿਖਾ ਕੇ ਮੋਰੇ ਹੁੰਦਾ ਹੈ। ਗੁਰੂ ਦਾ ਅਰਥ ਹੈ ਉਹ ਹਸਤੀ ਜਿਹੜੀ ਆਪ ਉਸ ਜਗ੍ਹਾ ਤੇ ਪਹੁੰਚ ਗਈ ਹੈ ਤੇ ਉਹਦੇ ਵਿੱਚ ਸਮਰੱਥਾ ਹੈ, ਉਹ ਲੱਖਾਂ ਕਰੋੜਾਂ ਨੂੰ ਉਸ ਜਗ੍ਹਾ ਤੇ ਲਿਜਾ ਸਕਦੀ ਹੈ। ਮਹਾਰਾਜ ਨੇ ਕਿਹਾ ਜਿੱਦਣ ਤੈਨੂੰ ਗੁਰੂ ਦਾ ਉਪਦੇਸ਼ ਵਿਸਰ ਜਾਂਦਾ ਹੈ, ਜਿੱਦਣ ਤੈਨੂੰ ਗੁਰੂ ਭੁੱਲ ਜਾਂਦਾ ਹੈ, ਜਿੱਦਣ ਤੈਨੂੰ ਪਰਮਾਤਮਾ ਦੇ ਘਰ ਦਾ ਦਿੱਤਾ ਗੁਰੂ ਦਾ ਸ਼ਬਦ ਵਿਸਰ ਜਾਂਦਾ ਹੈ, ਜਿਸ ਦਿਨ ਤੈਨੂੰ ਪਰਮਾਤਮਾ ਦੀ ਯਾਦ ਵਿਸਰ ਜਾਏਗੀ, ਫਿਰ ਤੇਰੀ ਹਾਲਤ ਇਸ ਤਰ੍ਹਾਂ ਦੀ ਹੋਏਗੀ ਜਿਵੇਂ ਕੋਈ ਬਹੁਤ ਪੱਕਾ ਕੋੜ ਦਾ ਰੋਗੀ ਹੋਵੇ, ਜਿਸ ਰੋਗ ਦਾ ਕੋਈ ਵੀ ਇਲਾਜ ਨਹੀਂ ਹੁੰਦਾ। ਜਿਉ ਪੱਕਾ ਰੋਗੀ ਵਿਲ ਲਾਏ। ਇੱਥੇ ਪੱਕਾ ਰੋਗੀ ਦਾ ਅਰਥ ਕੀਤਾ ਹੈ ਕੋੜ ਦਾ ਉਹ ਰੋਗ ਜਿਹੜਾ ਹਟਦਾ ਨਹੀਂ। ਇਸ ਸ਼ਬਦ ਦੀ ਉਥਾਨਕਾ ਸੰਬੰਧਤ ਹੈ ਇਤਿਹਾਸ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਉਦਾਸੀਆਂ ਕਰਦਿਆਂ ਦੀਪਾਲਪੁਰ ਗਏ, ਔਰ ਜਦੋਂ ਮਹਾਰਾਜ ਉਸ ਨਗਰ ਵਿੱਚ ਗਏ ਤਾਂ ਰਾਤ ਪੈ ਚੁੱਕੀ ਸੀ। ਹਜ਼ੂਰ ਨੂੰ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਰਾਤ ਪੈ ਗਈ ਹੈ, ਰੁਕਣਾ ਨਹੀਂ? ਕਹਿਣ ਲੱਗੇ ਰੁਕਣਾ ਹੈ ਮਰਦਾਨਾ, ਪਰ ਰੁਕਣਾ ਉੱਥੇ ਹੈ ਜਿੱਥੇ ਕੋਈ ਜਾਗਦਾ ਹੋਏਗਾ। ਮਹਾਰਾਜ ਜਾਗਦੇ ਦੀ ਕੀ ਨਿਸ਼ਾਨੀ ਹੈ? ਕਹਿਣ ਲੱਗੇ ਜਾਗਦੇ ਦੀ ਨਿਸ਼ਾਨੀ ਹੈ ਉਹਦੇ ਘਰ ਵਿੱਚ ਚਾਨਣ ਹੋਏਗਾ, ਕੋਈ ਦੀਵਾ ਜਗਦਾ ਹੋਏਗਾ। ਤਾਂ ਪੂਰੇ ਪਿੰਡ ਵਿੱਚੋਂ ਦੀਪਾਲਪੁਰ ਵਿੱਚੋਂ ਲੰਘ ਗਏ, ਕਿਸੇ ਦੇ ਘਰ ਦੀਵਾ ਬੱਤੀ ਨਹੀਂ ਸੀ ਜਗਦਾ। ਰਾਤ ਦਾ ਘੁੱਪ ਹਨੇਰਾ, ਲੋਕ ਘੂਕ ਨੀਂਦ ਵਿੱਚ ਸੁੱਤੇ ਨੇ। ਜਿਵੇਂ ਹੀ ਮਹਾਰਾਜ ਨੇ ਪਿੰਡ ਪਾਰ ਕੀਤਾ, ਮਰਦਾਨੇ ਨੇ ਕਿਹਾ ਮਹਾਰਾਜ ਪਿੰਡ ਤੇ ਲੰਘੇ, ਕੋਈ ਜਾਗਦਾ ਹੀ ਨਹੀਂ। ਹਜ਼ੂਰ ਨੇ ਕਿਹਾ ਮਰਦਾਨਿਆਂ ਜਾਗਦਾ ਜਿਹੜਾ ਹੁਣ ਜਾਗਿਆ ਤੇ ਹੁਣ ਚੇਤੇ ਕਰ ਰਿਹਾ, ਉਹਦੇ ਕੋਲ ਜਾਣਾ। ਮਹਾਰਾਜ ਕਿੱਥੇ ਮਿਲੇਗਾ? ਹਜ਼ੂਰ ਕਹਿੰਦੇ ਤੁਰਦੇ ਚੱਲ। ਤੁਰਦਿਆਂ ਪਿੰਡ ਲੰਘੇ। ਜਦੋਂ ਲਹਿੰਦੇ ਵਾਲੇ ਪਾਸੇ ਸ਼ਮਸ਼ਾਨ ਘਾਟ ਵੱਲ ਗਏ ਤੇ ਨਜ਼ਰ ਪਈ ਦੂਰ ਇੱਕ ਦੀਵਾ ਜਗਦਾ, ਉਹਦੀ ਸਿੱਧੇ ਚਲੇ ਗਏ। ਉਹ ਦੀਵਾ ਕਿਸੇ ਕੁੱਲੀ ਵਿੱਚੋਂ ਰੋਸ਼ਨੀ ਦਿਸ ਰਹੀ ਸੀ। ਕੱਖਾਂ ਘਾਸ ਕੰਨਿਆਂ ਦੀ ਛੰਨ ਪਈ ਹੈ। ਨਜ਼ਦੀਕ ਪਹੁੰਚੇ, ਉਹਦੇ ਵਿੱਚੋਂ ਬੜੀ ਭਿਆਨਕ ਰੋਣ ਦੀ ਆਵਾਜ਼ ਆ ਰਹੀ ਹੈ। ਕੋਈ ਬਹੁਤ ਦੁਖੀ ਹੋ ਕੇ ਕਹਿ ਰਿਹਾ ਹੈ, ਐ ਪਰਮਾਤਮਾ ਰੱਬ ਜੀ ਇਹਦੇ ਨਾਲੋਂ ਮੌਤ ਦੇ ਦੇ, ਮੈਂ ਜੀਣਾ ਨਹੀਂ ਚਾਹੁੰਦਾ, ਮੈਨੂੰ ਮੌਤ ਦੇ। ਇਸ ਤਰ੍ਹਾਂ ਤੜਫ ਕੇ ਕੋਈ ਕੁਰਲਾ ਕੇ ਆਵਾਜ਼ ਦੇ ਰਿਹਾ ਹੈ। ਮਹਾਰਾਜ ਨੇ ਕਿਹਾ ਮਰਦਾਨੇ ਇਸ ਬੰਦੇ ਨੂੰ ਵੇਖ ਇਹ ਕੌਣ ਹੈ? ਗੁਰੂ ਤੇ ਜਾਣਦਾ ਸਭ ਕੁਝ। ਜਦੋਂ ਭਾਈ ਮਰਦਾਨਾ ਜੀ ਨੇ ਕੁੱਲੀ ਵਿੱਚ ਝਾਕ ਕੇ ਵੇਖਿਆ, ਇੱਕਦਮ ਕੱਪੜੇ ਦੇ ਨਾਲ ਮੂੰਹ ਕੱਜ ਕੇ ਬਾਹਰ ਆ ਗਏ। ਮਹਾਰਾਜ ਉਹ ਬੰਦਾ ਤੇ ਮੈਨੂੰ ਨਜ਼ਰ ਨਹੀਂ ਪਿਆ, ਪਰ ਮਹਾਰਾਜ ਅੰਦਰ ਇੰਨੀ ਬਦਬੂ ਹੈ ਕਿ ਉਸ ਦੁਰਗੰਧ ਵਿੱਚ ਇੱਕ ਪਲ ਵੀ ਖਲੋਤਾ ਨਹੀਂ ਜਾ ਸਕਦਾ। ਹਜ਼ੂਰ ਨੇ ਕਿਹਾ ਇਹਦੀ ਦੁਰਗੰਧ ਤੇ ਦੂਰ ਕਰਨੀ ਹੈ ਮਰਦਾਨਿਆਂ, ਨਫ਼ਰਤ ਨਾ ਕਰ, ਜਾ ਇਹਨੂੰ ਕੁੱਲੀ ਚੋਂ ਬਾਹਰ ਕੱਢ ਕੇ ਲਿਆ। ਜਦੋਂ ਉਸ ਕੋੜੀ ਰੋਗੀ ਦੇ ਕੋਲ ਭਾਈ ਮਰਦਾਨਾ ਗਏ, ਆਵਾਜ਼ ਦੇ ਕੇ ਕਿਹਾ ਸੱਜਣਾ ਆਹ ਕੁੱਲੀ ਤੋਂ ਬਾਹਰ ਆ ਜਾ। ਕੋੜੀ ਬੰਦੇ ਦੀ ਬਾਹ ਪਕੜ ਕੇ ਬਾਹਰ ਕੱਢਿਆ। ਉਹਦੇ ਹੱਥ ਬਾਹਾਂ ਮੂੰਹ ਇਸ ਤਰ੍ਹਾਂ ਫੋੜਿਆਂ ਨਾਲ ਪਾਣੀ ਚੋ ਰਿਹਾ ਸੀ। ਬੜੀ ਬੇਬਲ ਹਾਲਤ ਹੈ। ਹਜ਼ੂਰ ਦੇ ਸਾਹਮਣੇ ਲਿਆ ਕੇ ਬਿਠਾ ਦਿੱਤਾ। ਰੋਂਦੇ ਕੋੜੀ ਨੇ ਕਿਹਾ ਤੁਸੀਂ ਕੌਣ ਹੋ? ਮੇਰੇ ਤੋਂ ਤਾਂ ਮੇਰੇ ਆਪਣੇ ਵੀ ਮੂੰਹ ਮੋੜ ਗਏ, ਮੇਰੇ ਤੋਂ ਤਾਂ ਮੇਰੇ ਆਪਣੇ ਨਫ਼ਰਤ ਕਰਨ ਲੱਗ ਪਏ। ਤੁਸੀਂ ਕੌਣ ਹੋ ਜਿਹੜੇ ਕੋੜੀ ਤੇ ਤਰਸ ਕਰ ਰਹੇ ਹੋ? ਭਾਈ ਮਰਦਾਨੇ ਨੇ ਕਿਹਾ ਇਹ ਕਲਯੁਗ ਤਾਰਕ ਧੰਨ ਗੁਰੂ ਨਾਨਕ ਸਾਹਿਬ ਨੇ। ਕੋੜੀ ਦੇ ਕੰਨਾਂ 'ਚ ਆਵਾਜ਼ ਪਈ, ਇੰਜ ਲੱਗਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ ਕੰਨਾਂ ਵਿੱਚ ਪੈਂਦਿਆਂ ਦਿਲ ਸ਼ਾਂਤ ਹੋ ਗਿਆ ਹੋਵੇ। ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਬਹਿ ਗਿਆ। ਇਹਦਾ ਮੂੰਹ ਹੱਥ ਪੈਰ ਬਾਹਾਂ ਭਰੀਆਂ ਨੇ ਕੋੜ ਨਾਲ। ਹਜ਼ੂਰ ਨੇ ਕਿਹਾ ਸੱਜਣਾ ਤੇਰਾ ਨਾਮ ਕੀ ਹੈ? ਉਹਨੇ ਅੱਖਾਂ ਭਰ ਕੇ ਰੋ ਪਿਆ। ਵਿਰਾਗ ਵਿੱਚ ਕਿਹਾ ਮਹਾਰਾਜ ਹੁਣ ਕਾਹਦਾ ਨਾਮ, ਕਦੇ ਨਾਮ ਹੁੰਦਾ ਸੀ ਮੇਰਾ। ਮਹਾਰਾਜ ਜਿਸ ਪਿੰਡ ਚੋਂ ਲੰਘ ਕੇ ਆਏ ਹੋ, ਉਸ ਪਿੰਡ ਉਸ ਇਲਾਕੇ ਵਿੱਚ ਕਦੇ ਨਾਮ ਸੀ। ਲੋਕ ਮੈਨੂੰ ਪ੍ਰੇਮਾ ਸੇਠ ਕਹਿੰਦੇ ਸੀ।
ਦੂਰੋਂ ਦੂਰੋਂ ਲੋਕ ਵਿਆਜ ਤੇ ਪੈਸਾ ਲੈਣ ਆਉਂਦੇ ਸੀ, ਵੱਡੇ ਵੱਡੇ ਲੋਕ ਮੇਰੇ ਅੱਗੇ ਸਿਰ ਝੁਕਾਉਂਦੇ ਸੀ। ਪਾਤਸ਼ਾਹ ਉਦੋਂ ਨਾਮ ਸੀ, ਅੱਜ ਕਾਹਦਾ ਨਾਮ ਰਹਿ ਗਿਆ। ਹੁਣ ਤਾਂ ਮੇਰੇ ਆਪਣੇ ਵੀ ਪ੍ਰੇਮਾ ਕੋੜੀ ਕਹਿੰਦੇ ਨੇ, ਕੋੜੀ ਜਾਣ ਕੇ ਆਪਣਿਆਂ ਨੇ ਵੀ ਘਰੋਂ ਕੱਢ ਦਿੱਤਾ। ਮਨ ਵਿੱਚ ਵਹਿਮ ਪੈ ਗਿਆ ਕਿਸੇ ਹੋਰ ਨੂੰ ਨਾ ਲੱਗ ਜਾਏ। ਉਹਨਾਂ ਘਰੋਂ ਬਾਹਰ ਜ਼ਮੀਨ ਵਿੱਚ ਛੰਨ ਬਣਾ ਦਿੱਤੀ। ਮਹਾਰਾਜ ਕੁਝ ਮਹੀਨੇ ਦਿਨ ਤਾਂ ਰੋਟੀ ਦਿੰਦੇ ਰਹੇ, ਹੁਣ ਤੇ ਭੁੱਲ ਹੀ ਗਏ ਕਿ ਸਾਡਾ ਕੋਈ ਸੀ। ਹੁਣ ਮੈਨੂੰ ਤਨ ਦਾ ਰੋਗ ਵੀ ਸਤਾਉਂਦਾ ਹੈ ਤੇ ਪੇਟ ਦੀ ਭੁੱਖ ਵੀ ਸਤਾਉਂਦੀ ਹੈ। ਇਹਦੇ ਨਾਲੋਂ ਚੰਗਾ ਮੇਰੀ ਮੌਤ ਹੋ ਜਾਏ। ਮਹਾਰਾਜ ਮੈਨੂੰ ਮੌਤ ਦੇ ਦਿਓ। ਹਜ਼ੂਰ ਨੇ ਕਿਹਾ, ਭਾਈ ਸੱਜਣਾ ਤੈਨੂੰ ਮੌਤ ਨਹੀਂ, ਅਸੀਂ ਜੀਵਨ ਦੇਣ ਆਏ ਹਾਂ। ਉਹਨੇ ਕਿਹਾ, ਮਹਾਰਾਜ ਮੇਰੇ ਕੋੜ ਉੱਤੇ ਤੁਹਾਨੂੰ ਨਫ਼ਰਤ ਨਹੀਂ ਆਉਂਦੀ? ਹਜ਼ੂਰ ਨੇ ਕਿਹਾ, ਸੱਜਣਾ ਤੇਰਾ ਤੇ ਸਿਰਫ ਤਨ ਕੋੜੀ ਹੈ ਔਰ ਕੁਝ % ਤੇਰਾ ਮਨ ਕੋੜੀ ਹੈ। ਮਨ ਦੇ ਕੋੜੀ ਕਰਕੇ ਤੇਰਾ ਤਨ ਕੋੜੀ ਹੋਇਆ। ਸੱਜਣਾ ਇਹ ਤਨ ਦਾ ਕੋੜ ਹੈ, ਅਸੀਂ ਤੇ ਮਨ ਦੇ ਕੋੜੀਆਂ ਤੋਂ ਵੀ ਨਫ਼ਰਤ ਨਹੀਂ ਕਰੀਦੀ। ਸਾਡੀ ਡਿਊਟੀ ਹੀ ਰੱਬ ਦੇ ਘਰੋਂ ਕੋੜ ਹਟਾਉਣ ਦੀ ਲੱਗੀ ਹੈ। ਹਜ਼ੂਰ ਨੇ ਕੋਲ ਬਿਠਾ ਕੇ ਕਿਹਾ, ਪ੍ਰੇਮੇ ਕੋੜੀ ਤੈਨੂੰ ਰੋਗ ਪਤਾ ਕਿਉਂ ਲੱਗਾ? ਰੱਬ ਨੇ ਕਈ ਜਨਮ ਤੈਨੂੰ ਸੁੱਖ ਦਿੱਤਾ ਹੈ, ਕਿਸੇ ਜਨਮ ਵਿੱਚ ਵੀ ਤੂੰ ਰੱਬ ਦਾ ਸ਼ੁਕਰ ਨਹੀਂ ਕੀਤਾ। ਉਹਦੀਆਂ ਦਾਤਾਂ ਦਾ ਬੁਰਾ ਇਸਤੇਮਾਲ ਕੀਤਾ, ਲੋਕਾਂ ਨਾਲ ਬੇਈਮਾਨੀ ਠੱਗੀ ਚੋਰੀ ਕਰਕੇ ਜੀਵਨ ਬਤੀਤ ਕੀਤਾ। ਜਿੱਦਣ ਕਿਸੇ ਦੇ ਪਾਪ ਭਰ ਜਾਣ ਉਦਣ ਪਰਤ ਕੇ ਉਹਨੂੰ ਪਾਪਾਂ ਦਾ ਫਲ ਮਿਲਦਾ ਹੈ। ਅੱਜ ਵੇਖ ਜਿਨ੍ਹਾਂ ਤੇ ਆਸ ਰੱਖ ਕੇ ਬੈਠਾ ਸੀ, ਤੇਰੇ ਪੁੱਤਰ ਧੀਆਂ ਕਿੱਥੇ ਨੇ? ਅੱਜ ਕੌਣ ਹੈ ਜਿਨ੍ਹਾਂ ਦੀ ਖਾਤਰ 1 ਦੂਣੀ 2 2 ਦੂਣੀ 4 ਕਰਕੇ ਜ਼ਮੀਨਾਂ ਵਧਾਉਂਦਾ ਸੀ? ਅੱਜ ਕਿਹੜਾ ਤੇਰੇ ਕੋਲ ਹੈ? ਤੇ ਤੋਂ ਸਭ ਮੂੰਹ ਮੋੜ ਗਏ। ਜਦੋਂ ਦੁਨੀਆ ਵੱਲੋਂ ਆਸ ਟੁੱਟ ਜਾਏ, ਕੋਈ ਪਰਮਾਤਮਾ ਨੂੰ ਉਦਣ ਚੇਤੇ ਕਰੇ, ਫਿਰ ਰੱਬ ਨੂੰ ਇਹ ਕਿਰਪਾ ਕਰਨੀ ਪੈਂਦੀ ਜਿਹੜੀ ਅੱਜ ਤੇਰੇ ਤੇ ਹੋਣ ਲੱਗੀ ਹੈ। ਉਹ ਰੋ ਰਿਹਾ ਸੀ। ਮਹਾਰਾਜ ਨੇ ਗਲ ਵਿੱਚੋਂ ਇਸ ਤਰ੍ਹਾਂ ਕੱਪੜਾ ਲਾ ਕੇ ਦਿੱਤਾ ਹਜ਼ੂਰੀਆ। ਭਾਈ ਮਰਦਾਨੇ ਨੂੰ ਕਿਹਾ, ਇਹਦੇ ਜ਼ਖਮਾਂ ਤੇ ਫੇਰ ਇਹਦਾ ਪਾਣੀ ਸੁਕਾ। ਨਾਲ ਦੀ ਨਾਲ ਉਹਦੇ ਹੱਥ ਪੈਰ ਮੂੰਹ ਤੇ ਕੱਪੜੇ ਨਾਲ ਪਾਣੀ ਸੁਕਾਇਆ ਤੇ ਨਾਲ ਹਜ਼ੂਰ ਨੇ ਕਿਹਾ, ਜਪ ਪ੍ਰੇਮੇ ਕੋੜੀ ਸਤਨਾਮ ਸ੍ਰੀ ਵਾਹਿਗੁਰੂ। ਕਈ ਘੜੀਆਂ ਨਾਮ ਜਪਦਾ ਰਿਹਾ। ਅੰਮ੍ਰਿਤ ਵੇਲਾ ਹੋਣ ਤੱਕ ਉਹਦਾ ਕੋੜ ਮੱਧਮ ਪੈ ਗਿਆ, ਸਰੀਰ ਚੋਂ ਪਾਣੀ ਸਿਮਣਾ ਬੰਦ ਹੋ ਗਿਆ। ਇੰਜ ਲੱਗਾ ਜਿਵੇਂ ਸਰੀਰ ਦਾ ਭਾਰ ਉਤਰ ਗਿਆ ਹੋਵੇ। ਫਿਰ ਅੰਮ੍ਰਿਤ ਵੇਲਾ ਹੋਇਆ। ਹਜ਼ੂਰ ਨੇ ਉੱਥੇ ਬਹਿ ਕੇ ਸ਼ਬਦ ਉਚਾਰਨ ਕੀਤਾ, ਤੇਰੀ ਜਿੰਦ ਤਪਦੀ ਹੈ ਕਿਉਂਕਿ ਤੈਨੂੰ ਰੱਬ ਦਾ ਉਪਦੇਸ਼ ਵਿਸਰ ਗਿਆ। ਆਹ ਸ਼ਬਦ ਕੁਝ ਵਿਦਵਾਨ ਇਸ ਤਰ੍ਹਾਂ ਉਥਾਨਕਾ ਲਿਖਦੇ ਨੇ। ਉੱਥੇ ਬਹਿ ਕੇ ਸਾਹਿਬ ਨੇ ਕਿਹਾ ਕਿ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਵਿਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਤੇ ਮਹਾਰਾਜ ਨੇ ਅੱਗੇ ਫਿਰ ਉਹਦਾ ਕਾਰਨ ਦੱਸਿਆ, ਤੈਨੂੰ ਰੋਗ ਕਿਉਂ ਫੁੱਟਿਆ, ਤੈਨੂੰ ਕੋੜ ਕਿਉਂ ਲੱਗਿਆ? ਜਿਹੜੇ ਰੱਬ ਨੇ ਅੱਖਾਂ ਨੱਕ ਕੰਨ ਜੇਬਾਂ ਸਭ ਕੁਝ ਦਿੱਤਾ ਸੀ, ਕਦੇ ਇਸ ਜੇਬਾਂ ਨਾਲ ਤੂੰ ਜਪਿਆ ਹੀ ਨਹੀਂ ਪ੍ਰੇਮਿਆ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਤਨ ਦਾ ਕੋੜ ਹਟਾਇਆ, ਉਹਨੂੰ ਨਾਮ ਜਪਾ ਕੇ ਗਿਆਨ ਦੇ ਕੇ ਮਨ ਦਾ ਕੋੜ ਹਟਾਇਆ। ਪਰਤ ਕੇ ਕਿਹਾ, ਹੁਣ ਘਰ ਨਾ ਜਾਈ, ਤੇਰੇ ਕੋਲ ਸਭ ਆਉਣਗੇ, ਇੱਥੇ ਬਹਿ ਕੇ ਨਾਮ ਜਪ ਤੇ ਦੂਜਿਆਂ ਨੂੰ ਜਪਾ। ਜਾਂ ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਤਨ ਦਾ ਕੋੜ ਨਹੀਂ, ਉਹਦੇ ਮਨ ਦਾ ਕੋੜ ਵੀ ਹਟੇਗਾ। ਗੁਰੂ ਨੇ ਉੱਥੇ ਧਰਮਸ਼ਾਲ ਬਖਸ਼ਿਸ਼ ਕੀਤੀ। ਅੱਜ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਮੁੱਚੀ ਕਾਇਨਾਤ ਦੇ ਲੋਕਾਂ ਦਾ ਇਹ ਦੁੱਖ ਬਿਆਨ ਕਰ ਰਹੇ ਨੇ। ਕਿਉਂ ਇਹ ਰੋਗ ਲੱਗਦੇ ਨੇ? ਕਿਉਂਕਿ ਰੱਬ ਦੀ ਯਾਦ ਵਿਸਰ ਜਾਂਦੀ ਹੈ। ਸੰਸਾਰ ਪਦਾਰਥਾਂ ਤੇ ਬੰਦਾ ਆਸ ਰੱਖਦਾ ਹੈ, ਇੱਕ ਦਿਨ ਆਸ ਟੁੱਟਦੀ ਹੈ। ਇਹ ਫਿਰ ਅੰਦਰੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਸੰਸਾਰ ਵਿੱਚ ਦੁੱਖ ਭੋਗਦਾ ਹੈ। ਬਹੁਤਾ ਬੋਲਣ ਝਖਣ ਹੋਏ। ਮਹਾਰਾਜ ਨੇ ਕਿਹਾ, ਜੇ ਕੋਈ ਆਪਣੇ ਦੁੱਖਾਂ ਰੋਗਾਂ ਕਰਕੇ ਰੋਸ ਕਰੇ ਰੱਬ ਨਾਲ, ਮੈਨੂੰ ਕਾਹਦੇ ਲਈ ਲਾਏ ਨੇ, ਮੈਂ ਕੀ ਕੀਤਾ, ਮੈਂ ਕਿਹੜੇ ਪਾਪ ਕੀਤੇ? ਕਹਿਣ ਲੱਗੇ, ਸੱਜਣਾ ਜੋ ਜੋ ਕਰੇ ਸੋਈ ਪ੍ਰਭ ਜਾਣੇ, ਅਬਰ ਨਾ ਕਛੂਐ ਸ਼ਰਨੀ। ਤੇਰੀ ਹਰ ਕਰਤੂਤ ਉਹ ਜਾਣਦਾ। ਕੁਝ ਗੱਲਾਂ ਤੈਨੂੰ ਵੀ ਚੇਤੇ ਨਹੀਂ ਜਿਹੜੀਆਂ ਤੂੰ ਪਾਪ ਕੀਤੇ ਨੇ, ਉਹ ਪਰਮਾਤਮਾ ਨੂੰ ਸਭ ਕੁਝ ਚੇਤੇ ਹੈ। ਤੇਰਾ ਬੋਲਣਾ ਬਿਲਕੁਲ ਝੱਖਣ ਖੁਆਰ ਹੈ ਕਿਉਂਕਿ ਤੂੰ ਰੋਸ ਗਲਤ ਕਰ ਰਿਹਾ ਹੈ। ਜੋ ਤੈਨੂੰ ਮਿਲਿਆ ਤੇਰੇ ਕਰਮਾਂ ਦੇ ਦੋਸ਼ ਕਰਕੇ ਮਿਲ ਰਿਹਾ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਫਿਰ ਸਵਾਲ ਕਈਆਂ ਦਾ ਇਹ ਹੁੰਦਾ ਕਿ ਜੇ ਕੀਤੇ ਕਰਮਾਂ ਦਾ ਦੋਸ਼ ਹੀ ਦੁੱਖ ਭੋਗਣਾ, ਫਿਰ ਗੁਰੂ ਦਾ ਨਾਮ ਜਪਣ ਦਾ ਕੀ ਲਾਭ ਹੈ? ਜੇ ਕਰਮਾਂ ਦਾ ਦੁੱਖ ਭੋਗਣਾ ਹੀ ਪੈਣਾ,
ਫਿਰ ਗੁਰੂ ਕੋਲ ਆਉਣ ਦੀ ਕੀ ਜ਼ਰੂਰਤ? ਇੱਕ ਬੇਨਤੀ ਸਮਝਿਓ ਸਾਧ ਸੰਗਤ, ਕਰਮਾਂ ਦਾ ਦੁੱਖ ਮਨੁੱਖ ਨੂੰ ਭੋਗਣਾ ਪੈਂਦਾ ਹੈ, ਪਰ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ, ਕਿਤੇ ਤੂੰ ਗੁਰੂ ਦੇ ਅੱਗੇ ਆ ਕੇ ਆਪਾਂ ਸਰੈਂਡਰ ਕਰ ਦੇ ਕਿ ਮੇਰੇ ਵੱਸ ਦੀ ਗੱਲ ਨਹੀਂ, ਗੁਰੂ ਅੱਗੇ ਆਪਾਂ ਸਮਰਪਣ ਕਰ, ਗੁਰੂ ਤੇਰੇ ਪਾਪਾਂ ਦੀ ਜ਼ਿੰਮੇਵਾਰੀ ਲੈ ਲੇਗਾ। ਇੱਥੋਂ ਤੱਕ ਗੁਰੂ ਸਮਰੱਥਾ ਰੱਖਦਾ, ਇੱਕ ਵੀ ਕੀਤੇ ਕਰਮ ਦਾ ਫਲ ਤੈਨੂੰ ਭੋਗਣਾ ਨਹੀਂ ਪਏ। ਗੁਰੂ ਕੱਟ ਦਿੰਦਾ, ਪਰ ਉਹਦੇ ਵਾਸਤੇ ਤੇਰਾ ਅੰਦਰ ਪੂਰਾ ਵਿਸ਼ਵਾਸ ਔਰ ਪ੍ਰੇਮ ਹੋਣਾ ਚਾਹੀਦਾ। ਦੇਖੋ ਭਗਤਾਂ ਨੇ ਇਹ ਚੀਜ਼ ਅਜ਼ਮਾ ਕੇ ਸੰਸਾਰ ਦੇ ਸਾਹਮਣੇ ਰੱਖੀ। ਬਾਬਾ ਸਦਨਾ ਜੀ ਦਾ ਇੱਕ ਬਚਨ ਨੇ ਤੁਹਾਨੂੰ ਯਾਦ ਰਹਿੰਦਾ। ਪਹਿਲਾਂ ਉਹਨਾਂ ਨੇ ਇੱਥੋਂ ਗੱਲ ਸ਼ੁਰੂ ਕੀਤੀ, ਨ੍ਰਿਪ ਕੰਨਿਆ ਕੇ ਕਾਰਣੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ। ਰੱਬ ਨੂੰ ਕਹਿੰਦੇ ਨੇ ਕੋਈ ਕਮਾਰਥੀ ਬੰਦਾ ਕਾਮ ਬਸ ਹੋ ਕੇ ਤੇਰਾ ਭੇਖ ਧਾਰਦਾ, ਔਰ ਜਿੱਦਣ ਤੂੰ ਲੱਜ ਰੱਖਣ ਤੇ ਆਉਣਾ ਉਦਣ ਲਾਜ ਰੱਖਣ ਵਾਲਿਆ ਪਰਮਾਤਮਾ, ਭਾਵੇਂ ਬੰਦੇ ਦੇ ਅੰਦਰ ਗੁਣ ਨਹੀਂ, ਪਰ ਤੂੰ ਲਾਜ ਰੱਖਣ ਤੇ ਆ ਜਾਏ ਤਾਂ ਭੇਖ ਧਾਰੀ ਦੀ ਵੀ ਲਾਜ ਰੱਖ ਲੈ। ਤੂੰ ਪਰਦਾ ਢਕਣ ਤੇ ਆ ਜਾਏ ਤੇ ਭੇਖ ਧਾਰੀ ਦਾ ਵੀ ਪਰਦਾ ਢਕਦਾ। ਐ ਮਾਲਕ ਮੈਨੂੰ ਇੱਕ ਗੁਣ ਦੱਸ, ਜੇ ਫਿਰ ਤੇਰੇ ਕੋਲ ਆ ਕੇ ਕਰਮ ਨਹੀਂ ਨਾਸ਼ ਹੋਣੇ, ਤੇਰੇ ਕੋਲ ਆਉਣ ਦਾ ਕੀ ਫਾਇਦਾ? ਰੱਬ ਨਾਲ ਸਿੱਧੀ ਗੱਲ। ਵੇਖੋ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬਿਲਕੁਲ ਕੋਈ ਬੰਦਾ ਸ਼ਾਂਤ ਹੋਵੇ, ਉਹਨੂੰ ਕੋਲ ਜਾ ਕੇ ਕੋਈ ਕਵੇ ਤੇਰੇ ਹੁੰਦਿਆਂ ਆਹ ਕੁਝ ਹੋ ਗਿਆ, ਤੇਰਾ ਕੀ ਫਾਇਦਾ ਹੈ? ਪਰਤ ਕੇ ਬੰਦੇ ਦੀ ਅੰਦਰੋਂ ਅਣਖ ਜਾਗਦੀ ਹੈ, ਉਹ ਉੱਠ ਕੇ ਬਾਹਾਂ ਟੁੰਗ ਲੈਂਦਾ, ਦੱਸ ਕਰਨਾ ਕੀ ਹੈ, ਕੀਤਾ ਕਿਨੇ ਹੈ? ਉਹਦੀ ਅਣਖ ਝੰਜੋੜੀ ਗਈ। ਰੱਬ ਦੇ ਪਿਆਰੇ ਭਗਤ ਪ੍ਰੇਮ ਵਿੱਚ ਆ ਕੇ ਰੱਬ ਨਾਲ ਇਹ ਗੱਲ ਕਰਦੇ ਨੇ, ਰੱਬ ਜੀ ਤੇਰੇ ਕੋਲ ਆਉਣ ਦਾ ਕੀ ਫਾਇਦਾ, ਤੈਨੂੰ ਯਾਦ ਕਰਨ ਦਾ ਕੀ ਲਾਭ, ਜੇ ਤੇਰੇ ਛੱਡੀ ਇਹ ਮਾਇਆ ਵਿਕਾਰ ਹੀ ਸਾਨੂੰ ਖਾ ਜਾਣ। ਸ਼ੇਰ ਦੇ ਕੋਲ ਆਉਣ ਦਾ ਕੀ ਫਾਇਦਾ, ਜੇ ਗਿੱਦੜ ਹੀ ਖਾ ਜਾਣ। ਤੇ ਫਿਰ ਇਸ ਤਰ੍ਹਾਂ ਰੱਬ ਅੱਗੇ ਅਰਦਾਸ ਕੀਤੀ। ਰੱਬ ਕਹਿੰਦਾ ਹੁਣ ਦੱਸ ਕਰਨਾ ਕੀ ਹੈ? ਇੱਕੋ ਹੀ ਇਸ਼ਾਰਾ ਰੱਬ ਕਰਦਾ, ਔਰ ਉਹ ਮਿਹਰ ਦੀ ਨਜ਼ਰ ਦਾ ਇਸ਼ਾਰਾ ਪਰਤ ਕੇ ਸਾਰੇ ਵਿਕਾਰ ਉਹਦੇ ਅੱਗੇ ਝੁਕ ਜਾਂਦੇ ਨੇ। ਹੁਣ ਧਿਆਨ ਨਾਲ ਸੁਣਿਓ, ਉੱਥੇ ਭਗਤ ਸਦਨਾ ਜੀ ਨੇ ਕਿਹਾ, ਕਹਿਣਗੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜ ਖਾ ਜਾਣ? ਰੱਬ ਫਿਰ ਖਾਣ ਨਹੀਂ ਦਿੰਦਾ। ਉਹ ਸਿੱਖਾ ਗੁਰੂ ਅੱਗੇ ਆ ਕੇ ਇਸ ਤਰ੍ਹਾਂ ਸਮਰਪਣ ਕਰ, ਜਾਂ ਗੁਰੂ ਜਿੱਦਣ ਤੇਰੇ ਸਿਰ ਤੇ ਮਿਹਰ ਦਾ ਹੱਥ ਰੱਖ ਦੇਗਾ, ਦੁਨੀਆ ਦਾ ਕੋਈ ਵਿਕਾਰ ਤੈਨੂੰ ਖਾ ਨਹੀਂ ਸਕੇਗਾ। ਪਰ ਅਰਦਾਸ ਕਰਨੀ ਪੈਣੀ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਇਸ ਲਈ ਸਿੱਖਾ ਵਿਅਰਥ ਐਵੇਂ ਰੋਸ ਨਾ ਕਰ ਕਿ ਤੈਨੂੰ ਦੁੱਖ ਕਿਉਂ ਲੱਗੇ ਨੇ। ਇਹਨਾਂ ਦਾ ਕਾਰਨ ਤੂੰ ਕੋਈ ਨਾ ਕੋਈ ਪਾਪ ਕੀਤਾ ਹੈ, ਤੇਰੇ ਕਰਮਾਂ ਦਾ ਫਲ ਹੈ। ਬਹੁਤਾ ਬੋਲ ਕੇ ਰੋਸ ਨਾ ਕਰ, ਉਹਦੇ ਅੱਗੇ ਅਰਦਾਸ ਕਰ, ਉਹ ਦੁੱਖ ਹੰਤਾ ਹੈ। ਤੂੰ ਕਿਹਾ ਕਰ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਉਹ ਤੇਰੇ ਦੁੱਖ ਦੂਰ ਕਰ ਦੇਵੇਗਾ। ਬਿਨ ਬੋਲੀ ਜਾਣੈ ਸਭ ਸੋਏ। ਤੂੰ ਅੰਦਰੋਂ ਆਪਣੇ ਔਗਣ ਗੁਨਾਹ, ਆਪਣੀ ਗਲਤੀ ਮਹਿਸੂਸ ਕਰ, ਆਪਣੇ ਔਗਣ ਐਡਮਿਟ ਕਰ, ਭਾਵ ਮੰਨ ਕਿ ਮੇਤੋਂ ਕੋਈ ਕਰਮ ਹੋਇਆ ਤਾਂ ਇਹ ਦੁੱਖ ਹੈ। ਜਿੱਦਣ ਮੰਨ ਲੈਂਗਾ ਉਸੇ ਵਕਤ ਗੁਰੂ ਲੀਕ ਫੇਰ ਦਿੰਦਾ, ਪਰਤ ਕੇ ਭੋਗਣਾ ਨਹੀਂ ਪੈਂਦਾ। ਦੇਖੋ ਮਨੁੱਖ ਦੀ ਮੁਸ਼ਕਲ ਹੈ, ਗਲਤੀ ਕਰਕੇ ਮੰਨਦਾ ਨਹੀਂ ਮੈਂ ਕੀਤੀ। ਮਹਾਰਾਜ ਨੇ ਕਿਹਾ ਤੂੰ ਐਡਮਿਟ ਕਰ, ਮੰਨ ਲਾ ਕਿ ਤੇਰੇ ਤੋਂ ਭੁੱਲ ਹੋਈ ਹੈ, ਮੰਨਦਿਆਂ ਸਾਰ ਬਖਸ਼ਿਆ ਜਾਏਗਾ। ਕਿਉਂ? ਉਹ ਤੇ ਬਿਨਾ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ ਹੈ। ਰਹਾਉ ਜਿਨ ਕੰਨ ਕੀਤੇ ਅੱਖੀ ਨਾਕ। ਜਿਸ ਪਰਮਾਤਮਾ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ। ਹੁਣ ਤੁਸੀਂ ਕਹੋ ਸਾਰਿਆਂ ਨੂੰ ਦਿੱਤਾ, ਪਰ ਮਾਫ ਕਰਿਓ, ਦੁਨੀਆ ਵਿੱਚ ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸਰੀਰ ਨੂੰ ਕੰਨ ਤਾਂ ਲਾਏ ਨੇ ਪਰ ਸੁਣਨ ਦੀ ਸ਼ਮਤਾ ਨਹੀਂ ਦਿੱਤੀ। ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਦੇ ਸਰੀਰ ਨੂੰ ਅੱਖਾਂ ਲਾਈਆਂ ਨੇ ਪਰ ਦੁਨੀਆ ਵੇਖ ਨਹੀਂ ਸਕਦੇ। ਉਹ ਬੰਦਿਆ ਜਿਹਨੇ ਤੇਰੀਆਂ ਅੱਖਾਂ ਵਿੱਚ ਜੋਤ ਭਰੀ ਹੈ, ਉਹਦਾ ਸ਼ੁਕਰ ਕਰਕੇ ਜਪਿਆ ਕਰ। ਲੱਖਾਂ ਕਰੋੜਾਂ ਲੋਕ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਨੇ। ਔਰ ਇੱਕ ਬੇਨਤੀ ਸਮਝਿਓ, ਕਰੋੜਾਂ ਰੁਪਈਆ ਖਰਚ ਕੇ ਵੀ ਮੈਡੀਕਲ ਸਾਇੰਸ ਕਿਸੇ ਨੂੰ ਅੱਖਾਂ ਨਹੀਂ ਦੇ ਸਕਦੀ ਜੇ ਤੋਂ ਰੱਬ ਖੋਲਵੇ। ਜਿਹਦੇ ਉੱਤੇ ਰੱਬ ਨਜ਼ਰ ਕਰੇ ਉਹਦੇ ਉੱਤੇ ਦੁਨੀਆ ਦੀ ਦਵਾਈ ਕੰਮ ਕਰਦੀ ਹੈ। ਜਿੱਤੇ ਰੱਬ ਦੀ ਨਜ਼ਰ ਨਾ ਹੋਵੇ ਦਵਾਈ ਬਿਲਕੁਲ ਕੰਮ ਨਹੀਂ ਕਰਦੀ। ਇਸ ਲਈ ਗੁਰੂ ਨੇ ਕਿਹਾ ਜਿਹਨੇ ਅੱਖਾਂ ਨੱਕ ਕੰਨ ਦਿੱਤੇ ਨੇ। ਇਸ ਗੱਲ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਚੇਤੇ ਕਰਾਉਂਦੇ ਨੇ, ਜੇ ਪ੍ਰਸਾਦ ਸੁਣੇ ਕਰਨ ਨਾਦ
ਜੇ ਪ੍ਰਸਾਦ ਵੇਖੈ ਵੇਖੈ ਬਿਸਮਾਦ, ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ। ਅਖੀਰ ਤੇ ਕਹਿਣਗੇ ਤਿਸ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਉਹਨੂੰ ਛੱਡ ਕੇ ਹੋਰ ਕਿੱਧਰ ਭਟਕਦਾ? ਤੈਨੂੰ ਅੱਖਾਂ ਦੇਖ ਕੇ ਸ਼ਿੰਗਾਰ ਹੀ ਨਹੀਂ ਕੀਤਾ, ਉਹਨੇ ਜੋਤ ਵੀ ਭਰੀ ਹੈ, ਉਹਨੇ ਤੈਨੂੰ ਸ਼ਿੰਗਾਰਿਆ। ਲੱਖਾਂ ਕਰੋੜਾਂ ਲੋਕ ਜ਼ਬਾਨ ਤੋਂ ਗੂੰਗੇ ਪੈਦਾ ਕੀਤੇ ਨੇ, ਦੁਨੀਆ ਦੀ ਕੋਈ ਮੈਡੀਕਲ ਸਾਇੰਸ ਬੁਲਾ ਨਹੀਂ ਸਕੀ। ਲੱਖਾਂ ਕਰੋੜਾਂ ਲੋਕ ਪੈਰਾਂ ਤੋਂ ਅਪਾਹਜ ਪੈਦਾ ਕੀਤੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਗਈ, ਆਪਣੇ ਪੈਰਾਂ ਤੇ ਨਹੀਂ ਚੱਲ ਸਕੇ। ਉਹ ਬੰਦਿਆ ਤੂੰ ਕਿਹੜਾ ਪੈਸੇ ਭਰੇ ਨੇ, ਰੱਬ ਨੇ ਤੈਨੂੰ ਮੁਫਤ ਵਿੱਚ ਤੰਦਰੁਸਤੀ ਦਿੱਤੀ, ਕਦੇ ਤਾਂ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਅੱਜ ਮਹਾਰਾਜ ਚੇਤੇ ਕਰਾਉਂਦੇ ਰੋਗ ਕਿਉਂ ਲੱਗੇ? ਕਿਉਂਕਿ ਦਾਤਾਂ ਲੈ ਕੇ ਦਾਤੇ ਨੂੰ ਯਾਦ ਨਹੀਂ ਕੀਤਾ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਸ ਨੇ ਜੀਭਾ ਦਿੱਤੀ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ। ਇਹਦੇ ਨਾਲ ਤੇਜ਼ ਤੇਜ਼ ਬੋਲਦਾ ਹੈ, ਇਹਦੇ ਨਾਲ ਬਹੁਤ ਕੁਝ ਬੋਲਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਕਿਸੇ ਬੰਦੇ ਦੀ ਜੀਭ ਰੱਜਦੀ ਆ ਖਾ ਖਾ ਕੇ। ਕੋਈ ਬੰਦਾ ਕਹਿੰਦਾ ਕਿ ਅੱਜ ਬਹੁਤ ਖਾਣਾ ਖਾ ਲਿਆ ਬਈ, ਅੱਜ ਤਾਂ ਜੀਭ ਦੁਖਣ ਲੱਗ ਪਈ। ਸਵਾਦ ਤਾਂ ਜੀਭ ਹੀ ਲੈਂਦੀ ਨਾ, ਕਿ ਆਹ ਚੀਜ਼ ਸਵਾਦ ਹੈ, ਆਹ ਚੀਜ਼ ਸਵਾਦ ਹੈ, ਆਹ ਇੰਨੀ ਕੁ ਦੇ ਦਿਓ, ਆਹ ਚੀਜ਼ ਸਵਾਦ ਹੈ, ਥੋੜੀ ਹੋਰ ਦੇ ਦਿਓ, ਮੰਗ ਕੇ ਲੈਂਦਾ। ਜੀਭਾ ਦੇ ਸਵਾਦ ਸਾਰਾ ਦਿਨ ਭੋਗਦਾ, ਕਦੇ ਨਹੀਂ ਸ਼ਾਮਾਂ ਨੂੰ ਕਹਿੰਦਾ ਮੇਰੀ ਜੀਭ ਦੁਖਣ ਲੱਗ ਪਈ। ਹਾਂ ਪੇਟ ਦੁਖਣ ਲੱਗ ਜਾ ਹੋਰ ਗੱਲ ਹੈ, ਸਾਰਾ ਦਿਨ ਜੀਭ ਨਾਲ ਬੋਲਦਾ, ਕਦੇ ਨਹੀਂ ਕਹਿੰਦਾ ਅੱਜ ਤਾਂ ਬਹੁਤ ਬੋਲੇ ਆ ਜੀਭ ਦੁਖਣ ਲੱਗ ਪਈ। ਹਾਂ ਸਿਰ ਦੁਖਣ ਲੱਗ ਜਾ ਹੋਰ ਗੱਲ ਹੈ, ਪਰ ਬੰਦਿਆ ਤੇਰੀ ਜੀਭ ਬੋਲਦਿਆਂ ਨਹੀਂ ਥੱਕਦੀ, ਤੇਰੀ ਜੀਭ ਖਾਂਦਿਆਂ ਨਹੀਂ ਥੱਕਦੀ। ਗੁਰੂ ਅਰਜਨ ਸਾਹਿਬ ਨੇ ਕਿਹਾ ਅਸਲੀ ਰੂਪ ਵੇਖਣਾ ਜੀਭ ਦਾ ਉਦੋਂ ਵੇਖਿਓ ਜਦੋਂ ਇਹ ਕਿਸੇ ਨਾਲ ਝਗੜਾ ਕਰਦੀ ਹੈ, 10ਵੇਂ ਘਰ ਜਾ ਕੇ ਸੁਣਦੀ ਹੈ, ਉਹ ਕੁਝ ਬੋਲਦੀ ਹੈ ਜਿਹੜਾ ਨਹੀਂ ਵੀ ਬੋਲਣਾ ਹੁੰਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਖਾਂਦਿਆਂ ਨਹੀਂ ਥੱਕਦੀ, ਬੋਲਦਿਆਂ ਨਹੀਂ ਥੱਕਦੀ, ਇਹ ਜੀਭਾ ਤੂੰ ਰਸ ਮਾਣਦਿਆਂ ਨਹੀਂ ਥੱਕਦੀ। ਜਦੋਂ ਤੈਨੂੰ ਕਈ ਦਾ ਨਾਮ ਜਪ ਫਿਰ ਤੈਨੂੰ ਮੌਤ ਪੈ ਜਾਂਦੀ ਹੈ। ਮੌਤ ਇਹ ਸਿੱਧਾ ਸ਼ਬਦ ਮਹਾਰਾਜ ਨੇ ਲਿਖਿਆ। ਜਿਹੜਾ ਬੰਦਾ ਕੋਈ ਕੰਮ ਨਾ ਕਰੇ ਤੇ ਬਜ਼ੁਰਗ ਕਹਿੰਦੇ ਨੇ ਉਹ ਖਾਣ ਪੀਣ ਨੂੰ ਤੂੰ ਤਕੜੇ, ਕੰਮ ਨੂੰ ਮੌਤ ਪੈਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੰਮ ਤੈਨੂੰ ਕਰਨਾ ਚਾਹੀਦਾ, ਜੇਬਾ ਨਾਮ ਜਪਣ ਨੂੰ ਤੈਨੂੰ ਮੌਤ ਪੈਂਦੀ। ਹੇ ਜੇਬੇ ਰਸ ਗੇ ਮਧੁਰ ਪ੍ਰਿਆਤੋਂ ਇੰਗ ਸਤ ਹਤੰ ਪਰਮ ਬਾਦੰ, ਝੂਠ ਬੋਲਣ ਲੱਗਿਆ ਨਹੀਂ ਥੱਕਦੀ, ਪਰਮ ਬਾਦੰ ਝਗੜਾ ਕਰਨ ਲੱਗਿਆ ਨਹੀਂ ਥੱਕਦੀ। ਪਰ ਇੱਕ ਤੈਨੂੰ ਦੁੱਖ ਹੈ, ਅਵਰਤੇ ਥੈ ਸ਼ੁੱਧ ਅਛਰਣੇ, ਤੈਨੂੰ ਨਾਮ ਜਪਣ ਲਈ ਕਹੀਏ ਤੂੰ ਥੱਕ ਜਾਨੀ ਤੇ ਤੂੰ ਬੋਲ ਨਹੀਂ ਹੁੰਦਾ। ਅੱਜ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਨੇ ਤੈਨੂੰ ਜੇਬਾ ਦਿੱਤੀ ਕਦੇ ਤੂੰ ਨਾਮ ਨਹੀਂ ਜਪਿਆ। ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਨੇ ਇਹ ਸਰੀਰ ਦੀ ਅਗਨ ਦੇ ਅੰਦਰ ਤੇਰਾ ਮਨ ਰੱਖਿਆ, ਤੈਨੂੰ ਸੰਸਾਰ ਦੇ ਅੰਦਰ ਅੰਦਰ ਉਦਰ ਦੀ ਅਗਨ ਦਿੱਤੀ। ਜੋ ਤੂੰ ਖਾਣੇ ਉਹ ਪੱਕ ਜਾਂਦਾ, ਤੈਨੂੰ ਅੱਗ ਦੇ ਵਿੱਚ ਪਾਲਿਆ ਹੋਇਆ, ਤੈਨੂੰ ਮਾਤਾ ਦੀ ਉਦਰ ਦੇ ਅਗਨ ਵਿੱਚ ਰੱਖਿਆ, ਤੇਰੇ ਆਪਣੇ ਉਦਰ ਵਿੱਚ ਅੱਗ ਰੱਖੀ। ਜੋ ਤੂੰ ਖਾਣੇ ਉਹ ਭੋਜਨ ਪੱਕਦਾ, ਕੱਚਾ ਖਾਣੇ ਉਹ ਪੱਕ ਜਾਂਦਾ। ਇੰਨੀਆਂ ਦਾਤਾਂ ਦੇਣ ਵਾਲੇ ਨੂੰ ਕਦੇ ਚੇਤੇ ਨਹੀਂ ਕੀਤਾ। ਵਾਜੈ ਪਵਨ ਆਖੈ ਸਭ ਜਾਏ, ਤਾਂ ਮਹਾਰਾਜ ਜੀ ਸਮਝਾਉਂਦੇ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਆ ਤੇਰੇ ਸਰੀਰ ਵਿੱਚ ਹਵਾ ਸਵਾਸ ਵੱਜ ਰਹੇ ਨੇ, ਇਸ ਪਵਨ ਕਰਕੇ ਤੂੰ ਚੱਲ ਰਿਹਾ। ਇਹ ਪਵਨ ਕਿਨੇ ਭਰੀ ਹੈ? ਕਿਤੇੋਂ ਬਾਹਰੋਂ ਲੈ ਕੇ ਲੱਖਾਂ ਰੁਪਈਆ ਲੈਂਦੇ ਨੇ ਜਿੱਦਣ ਕਿਸੇ ਨੂੰ ਆਕਸੀਜਨ ਦੇਣੀ ਪੈ ਜਾਏ, ਔਰ ਪਰਤ ਕੇ ਵੈਂਟੀਲੇਟਰ ਤੋਂ ਇੱਕ ਮਿੰਟ ਨਹੀਂ ਲੰਘਦਾ, ਲਾਂਦਿਆਂ ਸਾਰ ਬੰਦਿਆ ਤੂੰ ਮਿੱਟੀ ਹੋ ਜਾਂਦਾ। ਜਿਹੜੇ ਰੱਬ ਨੇ ਜਨਮ ਤੋਂ ਲੈ ਕੇ ਹੁਣ ਤੱਕ ਤੈਨੂੰ ਹਵਾ ਦਿੱਤੀ, ਕਦੇ ਤੇ ਇਸ ਸਵਾਸ ਨਾਲ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਕਰੋੜਾਂ ਰੁਪਈਆ ਖਰਚ ਕੇ ਸਭ ਕੁਝ ਖਰੀਦਿਆ ਜਾ ਸਕਦਾ ਹੈ, ਆ ਜਿਹੜੀ ਹਵਾ ਚੱਲਦੀ ਇੱਕ ਸਵਾਸ ਨਹੀਂ ਖਰੀਦਿਆ ਜਾ ਸਕਦਾ। ਮਹਾਰਾਜ ਕਹਿੰਦੇ ਉਹਦਾ ਸਿਮਰ ਕਰਿਆ ਕਰ। ਚੇਤਾ ਮੋਹ ਪ੍ਰੀਤ ਸਵਾਦ, ਤੇ ਜਿਸ ਬੰਦੇ ਨੇ ਦੁਨੀਆ ਦੇ ਮੋਹ ਵਿੱਚ ਆ ਵੀ ਮੇਰਾ ਮੋਹ ਵਿੱਚ ਸਵਾਦ ਭੋਗਦਾ ਰਿਹਾ, ਇਹ ਭੋਗਦਿਆਂ ਇਹਨਾਂ ਸਵਾਦਾਂ ਵਿੱਚੋਂ ਰੋਗ ਵੀ ਨਿਕਲੇ, ਔਰ ਕੱਲੇ ਤਨ ਦੇ ਰੋਗ ਨਹੀਂ, ਮਹਾਰਾਜ ਨੇ ਕਿਹਾ ਮਨ ਦਾ ਰੋਗ ਪੈਦਾ ਹੋਇਆ। ਉਹਨੂੰ ਅੱਜ ਗੁਰੂ ਨਾਨਕ ਸਾਹਿਬ ਦਾਗ ਕਹਿੰਦੇ ਹਨ। ਸਭਾ ਕਾਲਖ ਦਾਗਾ ਦਾਗ, ਸਹਿਜੇ ਸਹਿਜੇ ਇੱਕ ਇੱਕ ਪਾਪ, ਦੋ ਪਾਪ, ਇੱਕ ਝੂਠ, ਦੋ ਪਾਪ, ਜ਼ਿੰਦਗੀ ਵਧਦਿਆਂ ਇਹ 50 60 70 ਸਾਲਾਂ ਵਿੱਚ ਦਾਗੀ ਹੋ ਜਾਂਦਾ। ਬੜੇ ਦਾਗ ਲੱਗ ਜਾਂਦੇ ਨੇ। ਫਿਰ ਇਹਨੂੰ ਆਪਣੇ ਅੰਦਰ ਦੇ ਦਾਗ ਦਿਸਦੇ ਨੇ, ਪਰ ਉਹਨਾਂ ਨੂੰ ਛੁਪਾਉਂਦਾ। ਮਹਾਰਾਜ ਨੇ ਕਿਹਾ ਦੁਨੀਆ ਤੋਂ ਛਿਪ ਜਾਣਗੇ,
ਜਿੱਦਣ ਰੱਬ ਦੀ ਦਰਗਾਹ ਵਿੱਚ ਜਾਣਾ ਇਹ ਦਾਗ ਛੁਪਣੇ ਨਹੀਂ। ਹਾਂ ਇਹ ਦਾਗ ਜੇ ਕੋਈ ਮਿਟਾ ਸਕਦਾ ਹੈ, ਤੇਰੇ ਗੁਰੂ ਵਿੱਚ ਤਾਕਤ ਹੈ, ਉਹ ਮਿਟਾ ਵੀ ਦੇਗਾ, ਤੈਨੂੰ ਨਵਾਂ ਨਰੋਆ ਵੀ ਕਰ ਦੇਗਾ। ਪਰ ਜੇ ਤੂੰ ਕਵੇਂ ਅਕਲ ਸਿਆਣਪ ਨਾਲ, ਉੱਥੇ ਤੂੰ ਦਾਗੀ ਹੋ ਕੇ ਜਾਣਾ। ਦਾਗੀ ਬੰਦੇ ਨੂੰ, ਦੋਸ਼ੀ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਦਾਗ ਦੋਸ ਮੋਹਿ ਚਲਿਆ ਲਾਏ। ਤੇਰੀ ਸੁਰਤ ਦੇ ਮੂੰਹ ਨੂੰ ਦੋਸ਼ ਲੱਗੇ ਹੋਣਗੇ, ਦਾਗ ਲੱਗੇ ਹੋਣਗੇ, ਔਰ ਉੱਥੇ ਫਿਰ ਉਹ ਸਭ ਕੁਝ ਪ੍ਰਗਟ ਹੋਣਾ ਹੈ। ਇਹਨੂੰ ਮਹਾਰਾਜ ਨੇ ਕਿਹਾ, ਆਸਾ ਦੀ ਵਾਰ ਅੰਦਰ ਤੁਸੀਂ ਸੁਣਿਆ, ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ। ਜਿਹੜੇ ਔਗਣ ਅੰਦਰ ਪਏ ਨੇ ਨਾ, ਉੱਤੇ ਰੱਬ ਨੇ ਕੱਜੇ ਹੋਏ ਨੇ, ਤਾਂ ਆਪਾਂ ਸਾਰੇ ਸੋਹਣੇ ਲੱਗਦੇ। ਔਰ ਜੇ ਸਾਰਿਆਂ ਦੇ ਔਗਣ ਕਿਤੇ ਸਭ ਨੂੰ ਦਿਸਣ ਲੱਗ ਜਾਣ, ਮਾਫ ਕਰਿਓ, ਬੰਦੇ ਦਾ ਰੂਪ ਬੜਾ ਭਿਆਨਕ ਹੈ। ਮੇਰੇ ਗੁਰੂ ਨੇ ਕਿਹਾ, ਜਿੱਦਣ ਉੱਥੇ ਜਾਣਾ ਉੱਥੇ ਬਿਲਕੁਲ ਨਗਨ ਜਾਣਾ, ਕੱਲਾ ਕੱਲਾ ਔਗਣ ਦੋਸ਼ ਦਿਖਣਾ। ਤੂੰ ਮੁੱਕਰਨੇ ਮੈਂ ਕੀਤਾ ਨਹੀਂ, ਰੱਬ ਨੇ ਮੁੱਕਰ ਨਹੀਂ ਦੇਣਾ, ਉਹਨੇ ਤੇਰੀ ਫਿਲਮ ਦਿਖਾ ਦੇਣੀ। ਆ ਕੀਤਾ ਤੂੰ। ਮਹਾਰਾਜ ਫਿਰ ਰਸਤਾ ਕੀ ਹੈ? ਕਹਿਣ ਲੱਗੇ, ਐਡਮਿਟ ਕਰ, ਮਨ ਲਾ ਕੇ ਤੇ ਤੋਂ ਔਗਣ ਹੋਏ ਨੇ, ਹੱਥ ਜੋੜ ਕੇ ਗੁਰੂ ਅੱਗੇ ਕਹਿ, ਗੁਰੂ ਔਗਣ ਮਿਟਾ ਦੇਗਾ। ਉਹ ਜਾਣਦਾ ਸਭ ਕੁਝ ਹੈ, ਪਰ ਇੱਕ ਆਸ ਰੱਖਦਾ, ਤੂੰ ਮੂੰਹ ਤੋਂ ਕਵੇਂ। ਖਿਆਲ ਕਰਿਓ, ਵਕੀਲ ਤੋਂ, ਡਾਕਟਰ ਤੋਂ ਔਰ ਗੁਰੂ ਤੋਂ ਕੋਈ ਗੱਲ ਛਪਾਉਣੀ ਨਹੀਂ ਚਾਹੀਦੀ। ਵਕੀਲ ਜਾਣਦਾ ਨਹੀਂ ਬੰਦੇ ਨੇ ਕੀਤਾ ਕਤਲ ਕਿ ਨਹੀਂ ਕੀਤਾ, ਡਾਕਟਰ ਜਾਣਦਾ ਨਹੀਂ ਇਹਦੇ ਸਰੀਰ ਵਿੱਚ ਰੋਗ ਕੀ ਹੈ। ਮਾਫ ਕਰਿਓ, ਗੁਰੂ ਸਭ ਕੁਝ ਜਾਣਦਾ ਹੈ। ਮਹਾਰਾਜ ਨੇ ਕਿਹਾ, ਜਿਵੇਂ ਦੁਨੀਆ ਵਿੱਚ ਵਕੀਲ ਤੋਂ ਕੋਈ ਛਪਾਵੇ ਇੱਕ ਦਿਨ ਜੇਲ੍ਹ ਵਿੱਚ ਪੈਂਦਾ, ਡਾਕਟਰ ਤੋਂ ਛਪਾਵੇ ਇੱਕ ਦਿਨ ਰੋਗ ਭਿਆਨਕ ਬਣਦਾ, ਜੇ ਤੂੰ ਗੁਰੂ ਤੋਂ ਛਪਾ ਕੇ ਰੱਖੇਗਾ, ਇਹ ਤੂੰ ਦਰਗਾਹ ਵਿੱਚ ਦਾਗੀ ਤੇ ਦੋਸ਼ੀ ਹੋ ਜਾਏਗਾ। ਦਰਗਹਿ ਬੈਸਣ ਨਾਹੀ ਜਾਏ। ਉੱਥੇ ਫਿਰ ਬੈਸਣ ਨੂੰ ਤੈਨੂੰ ਥਾਂ ਨਹੀਂ ਮਿਲੇਗੀ, ਬਿਲਕੁਲ ਥਾਂ ਨਹੀਂ ਮਿਲੇਗੀ। ਉਸੇ ਵਕਤ ਤੈਨੂੰ ਰਿਟਰਨ ਕਰ ਦਿੱਤਾ ਜਾਏਗਾ, ਮੋੜ ਦਿੱਤਾ ਜਾਏਗਾ। ਤੇਰੇ ਲਈ ਜੂਨ ਤਿਆਰ ਹੋਏਗੀ, ਫਿਰ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਂਹ ਨੂੰ ਕਰੰਗਾ। ਤੇਰੇ ਲਈ ਸਜ਼ਾ ਤਿਆਰ ਹੋਏਗੀ, ਭੋਗਣੀ ਪਏਗੀ। ਮਹਾਰਾਜ ਨੇ ਇੱਕ ਬਸੰਤ ਰਾਗ ਅੰਦਰ ਸ਼ਬਦ ਆਇਆ, ਉਹ ਮੈਂ ਤੁਹਾਨੂੰ ਸ਼ਰਵਣ ਕਰਾ ਦਾਂ, ਧਿਆਨ ਨਾਲ ਸੁਣਿਓ। ਉੱਥੇ ਮਹਾਰਾਜ ਨੇ ਜ਼ਿਕਰ ਕੀਤਾ, ਬੰਦਾ ਊਬ ਜਾਏ ਦਾ ਅਰਥ ਹੈ ਹੰਕਾਰੀ ਬੜਾ ਹੁੰਦਾ। ਕਿਹੜੀ ਚੀਜ਼ ਵੇਖ ਕੇ? ਸਭ ਤੋਂ ਪਹਿਲਾਂ ਤਾਂ ਆਪਣਾ ਪਹਿਰਾਵਾ ਹੀ ਦੇਖ ਕੇ ਹੰਕਾਰੀ ਹੋ ਜਾਂਦਾ। ਸੋਹਣਾ ਬੜਾ, ਪੱਗ ਬੜੀ ਸੋਹਣੀ ਅੱਜ ਬੱਧ ਹੋਈ ਹੈ, ਅੱਜ ਤੇ ਬਹੁਤ ਸੋਹਣਾ ਦਾੜਾ ਲੱਗਦਾ, ਅੱਜ ਮੇਰਾ ਮੂੰਹ ਬੜਾ ਸੋਹਣਾ ਹੈ, ਅੱਜ ਮੈਂ ਕੱਪੜੇ ਬਹੁਤ ਸੋਹਣੇ ਪਾਏ ਨੇ। ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖ ਕੇ ਹੰਕਾਰੀ ਹੁੰਦਾ। ਘਰੋਂ ਨਿਕਲਦਾ, ਪਰਿਵਾਰ ਵੇਖਦਾ, ਹਵੇਲੀ ਵੇਖਦਾ, ਕਾਰਾਂ ਵੇਖਦਾ, ਹੰਕਾਰ ਵਿੱਚ ਰਹਿੰਦਾ। ਇੱਕ ਮੁਸਲਮਾਨ ਵਿਦਵਾਨ ਨੇ ਗੱਲ ਬੜੀ ਪਿਆਰੀ ਲਿਖੀ। ਕਹਿਣ ਲੱਗਾ, ਇੱਕ ਦਿਨ ਬੜੀ ਟੌਰ ਕੱਢ ਕੇ ਸੋਹਣੇ ਕੱਪੜੇ ਪਾ ਕੇ ਹੰਕਾਰ ਵਿੱਚ ਤਣਿਆ, ਜਦੋਂ ਨਿਕਲਿਆ ਥੋੜਾ ਅੱਡੀਆਂ ਚੁੱਕ ਕੇ ਛਾਤੀ ਤਾਣ ਕੇ ਤੁਰ ਰਿਹਾ ਸੀ। ਲੋਕ ਮਿਲਦੇ ਸਨ, ਸੇਠ ਆਇਆ, ਸਲਾਮ ਹੋ ਰਹੀ ਸੀ। ਕੋਈ ਹੱਥ ਜੋੜ ਕੇ ਝੁਕਦਾ, ਕੋਈ ਸਲਾਮ ਕਰਦਾ। ਜਿਵੇਂ ਜਿਵੇਂ ਲੋਕ ਝੁਕ ਰਹੇ ਸਨ, ਤਿਵੇਂ ਤਿਵੇਂ ਅੰਦਰ ਹੰਕਾਰ ਨਾਲ ਭਰਦਾ ਸੀ। ਪੈਰਾਂ ਵਿੱਚ ਉਹ ਪੰਜਾਬੀ ਜੁੱਤੀ ਪਾਈ ਸੀ। ਤੁਰਦਿਆਂ ਤੁਰਦਿਆਂ ਜ਼ਮੀਨ ਵੱਲ ਨਿਕਲ ਗਿਆ। ਉਸ ਜ਼ਮੀਨ ਵੱਲ ਜਿਹੜੀ ਸ਼ਮਸ਼ਾਨ ਘਾਟ ਵੱਲ ਪੈਂਦੀ ਸੀ। ਰਸਤੇ ਵਿੱਚ ਜਿੰਨੇ ਕਾਮੇ ਕਰਮਚਾਰੀ ਸਭ ਮੱਥਾ ਟੇਕ ਰਹੇ ਸਨ। ਬੰਦਾ ਫੁੱਲਦਾ ਗਿਆ। ਹੰਕਾਰ ਨਾਲ ਤੁਰਦਿਆਂ ਤੁਰਦਿਆਂ ਅਚਨਚੇਤ ਰੇਤੇ ਤੇ ਪੈਰ ਰੱਖ ਹੋ ਰਹੇ ਸਨ। ਭੁਲੇਖਾ ਪੈ ਗਿਆ, ਪੈਰ ਰੱਖਦਾ ਧਰਤੀ ਵੀ ਦਬਦੀ ਹੈ, ਪੈਰ ਰੱਖਦਾ ਤੇ ਧਰਤੀ ਵੀ ਦਬਦੀ ਹੈ। 4 ਕਦਮ ਅੱਗੇ ਗਿਆ, ਇੱਕ ਕਿਸੇ ਮੁਰਦੇ ਦੀ ਹੱਡੀ ਜਿਹੜੀ ਸ਼ਮਸ਼ਾਨ ਘਾਟ ਵਿੱਚੋਂ ਕਿਸੇ ਤਰ੍ਹਾਂ ਰੁੜਦੀ ਰੁੜਦੀ ਠੋਕਰਾਂ ਵੱਜਦਿਆਂ ਰਸਤੇ ਵਿੱਚ ਆ ਗਈ ਸੀ। ਉਹਦੀ ਤਿੱਖੀ ਨੋਕ ਪੈਰ ਵਿੱਚ ਚੁਭੀ। ਇੱਕਦਮ ਦਰਦ ਹੋਇਆ, ਤਣਿਆ ਹੋਇਆ ਸਰੀਰ ਬਿਲਕੁਲ ਢਿੱਲਾ ਪੈ ਕੇ ਪੈਰ ਫੜ ਕੇ ਬਹਿ ਗਿਆ। ਤਿੱਖੀ ਨੋਕ ਹੱਡੀ ਪੈਰ ਵਿੱਚੋਂ ਕੱਢੀ। ਉਹ ਵਿਦਵਾਨ ਲਿਖਦਾ, ਇੰਜ ਲੱਗਾ ਜਿਵੇਂ ਪੈਰ ਵਿੱਚ ਵੱਜੀ ਮੁਰਦੇ ਦੀ ਹੱਡੀ ਬੋਲ ਪਈ ਹੋਵੇ। ਉਹਨੇ ਕੁਝ ਕਿਹਾ, ਇਹ ਭਾਵ ਸਮਝਿਓ। ਇੰਜ ਲੱਗਾ ਜਿਵੇਂ ਮੁਰਦੇ ਦੀ ਹੱਡੀ ਬੋਲ ਪਈ ਹੋਵੇ। ਉਹਨੇ ਇੰਜ ਕਿਹਾ ਉਸ ਹੰਕਾਰ ਵਿੱਚ ਤਣੇ ਬੰਦੇ ਨੂੰ। ਕਹਿੰਦਾ, ਜਬ ਹਮ ਘਰ ਸੇ ਨਿਕਲੇ तो बड़े मेहरबान थे। एक तरफ बियाबान, एक तरफ कब्रिस्तान थे। मुर्दे की हड्डी पांव से टकराई और कहने लगी, अरे मियां जरा ध्यान से चलो, कभी हम भी इंसान थे। वो बंदे थोड़ा ध्यान नाल चल, कदे मैं भी इंसान सी। इस चिखावे सड़ गया, हड्डियां रुल रही ने। गुरु ग्रंथ साहिब महाराज ने बचन कहे, पहरावा देखे ऊ बजाहे। ये शब्द शुरू होएगा भगत रविदास जी का, जिथे कहणगे तुझे सुजनता कछू ना है। वो बंदिया तेनू समझ नहीं आती। पहरावा देखे ऊ बजाहे। अपनी टौर पैसा पदार्थ घर महल वेख के हंकार विच आ जाना।
ਅੱਗੇ ਸਾਹਿਬ ਨੇ ਗੱਲ ਕਹੀ, ਕਹਿਣ ਲੱਗੇ ਹੰਕਾਰ ਵਿੱਚ ਆਉਣ ਵਾਲਿਆ, ਪਹਿਰਾਵਾ ਦੇਖੈ ਉਹ ਬਜਾਹੇ, ਗਰਭਵਤੀ ਕਾ ਨਾਹੀ ਠਾਓ। ਹੰਕਾਰ ਵਿੱਚ ਚੱਲਣ ਵਾਲਿਆ, ਤੈਨੂੰ ਦਰਗਾਹ ਵਿੱਚ ਥਾਂ ਨਹੀਂ ਮਿਲੇਗਾ। ਦਰਗਾਹ ਬੈਸਣ ਨਾਹੀ ਜਾਏ, ਗਰਭਵਤੀ ਕਾ ਨਾਹੀ ਠਾਓ। ਅਗਲੀ ਗੱਲ ਕਹੀ, ਤੇਰੀ ਗਰਦਨ ਉੱਪਰ ਲਵੇ ਕਾਉ। ਕਾਉ ਦਾ ਅਰਥ ਹੈ ਕੌਂ। ਤੇਰੀ ਗਰਦਨ ਦੇ ਉੱਪਰ ਬਹਿ ਕੇ ਮੌਤ ਦਾ ਕਾਂ ਕੁਰਲਾ ਰਿਹਾ। ਜਿੱਦਣ ਹੁਕਮ ਹੋਣਾ ਇਹਨੇ ਝਪਟ ਮਾਰ ਕੇ ਜਿੰਦ ਕੱਢ ਲੈਣੀ। ਕਾਂ ਤੇਰੇ ਸਿਰ ਤੇ ਹੀ ਘੁੰਮਦਾ। ਕਹਿਣ ਲੱਗੇ ਗਰਭਵਤੀ ਕਾ ਨਾਹੀ ਠਾਓ, ਤੇਰੀ ਗਰਦਨ ਉੱਪਰ ਲਵੇ ਕਾਂ। ਤੂੰ ਕਾਹੇ ਗਰਬੈ ਬਾਬਲੀ, ਐ ਬਾਵਲੇ ਮੂਰਖ ਮਨੁੱਖ ਕਿਉਂ ਗਰਵ ਕਰਦਾ? ਤੇਰਾ ਮਾਣ ਕਿਹੜੀ ਚੀਜ਼ ਦਾ? ਅਗਲੀ ਗੱਲ ਸੁਣਿਓ, ਕਹਿੰਦੇ ਜੈਸੇ ਭਾਦੋਂ ਖੁੰਭਰਾਜ, ਤੂੰ ਤਿਸ ਤੇ ਖਰੀ ਉਤਾਬਲੀ। ਭਾਦੋਂ ਦੇ ਮਹੀਨੇ ਜਦੋਂ ਤਪਸ਼ ਪੈਂਦੀ ਹੈ, ਧਰਤੀ ਵਿੱਚੋਂ ਮੀਂਹ ਪੈਣ ਤੋਂ ਬਾਅਦ ਧੁੱਪ ਪੈਂਦੀ ਤੇ ਖੁੰਬਾਂ ਫੁੱਟਦੀਆਂ ਨੇ। ਖੁੰਬਾਂ ਪਿੰਡਾਂ ਵਾਲੇ ਜਾਣਦੇ ਨੇ। ਜਦੋਂ ਉਹ ਖੁੰਬ ਨਿਕਲਦੀ ਹੈ, ਬੜੀ ਮੋਟਾ ਰੂਪ ਨਿਕਲਦਾ, ਬੜੀ ਚਮਕਦੀ ਹੈ ਧੁੱਪ ਵਿੱਚ। ਤੇ ਮਹਾਰਾਜ ਨੇ ਕਿਹਾ ਉਹ ਖੁੰਬ ਜਿਹੜੀ ਧਰਤੀ ਚੋਂ ਭਾਦੋਂ ਦੇ ਮਹੀਨੇ ਉੱਗੀ, ਉਹਦਾ ਤਾਂ ਕੋਈ ਨਾ ਕੋਈ ਟਾਈਮ ਹੈ। ਵੇਖਣ ਵਾਲੇ ਕਹਿ ਸਕਦੇ ਨੇ 5 ਘੰਟੇ ਰਹਿ ਗਈ, 8 ਘੰਟੇ ਰਹਿ ਗਈ। ਉਹ 5-6 ਘੰਟਿਆਂ ਬਾਅਦ ਮੁਰਝਾ ਜਾਂਦੀ ਹੈ। ਉਹਦਾ ਤਾਂ ਕੋਈ ਟਾਈਮ ਰੱਖਿਆ ਜਾ ਸਕਦਾ ਕਿ 5-7 ਘੰਟੇ ਇਹਦੀ ਉਮਰ ਹੈ। ਹੰਕਾਰ ਵਿੱਚ ਤੁਰਨ ਵਾਲਿਆ, ਤੇਰਾ ਤੇ ਪਲ ਦਾ ਵਿਸਾਰ ਨਹੀਂ, ਤੂੰ ਤੇ ਖੁੰਬ ਤੋਂ ਵੀ ਪਹਿਲਾਂ ਜਾਣ ਵਾਲਾ। ਖੁੰਬ ਤੇ ਅਜੇ 5-7 ਘੰਟੇ ਗਰੰਟੀ ਹੈ ਉਹਦੀ। ਜਿਹੜੀ ਭਾਦੋਂ ਦੇ ਮਹੀਨੇ ਉੱਗੀ, ਉਹ 5-7 ਘੰਟੇ ਗਰੰਟੀ ਹੈ, ਰਹਿ ਸਕਦੀ। ਤੇਰੀ ਤੇ ਇੱਕ ਪਲ ਦੀ ਗਰੰਟੀ ਨਹੀਂ। ਸਾਹ ਆਇਆ ਤੇ ਤੂੰ ਦਮ ਆਇਆ ਤੇ ਆਦਮੀ ਹੈ, ਨਾ ਆਇਆ ਤੇ ਮੁਰਦਾ ਮਿੱਟੀ ਹੈ। ਉੱਥੇ ਮਹਾਰਾਜ ਨੇ ਕਿਹਾ ਤੂੰ ਕਾਹੇ ਗਰਬੈ ਬਾਬਲੀ, ਜੈਸੇ ਭਾਦੋਂ ਖੁੰਭਰਾਜ, ਤੂੰ ਤਿਸਤੇ ਖਰੀ ਉਤਾਬਲੀ। ਮਹਾਰਾਜ ਫਿਰ ਕਰਨਾ ਕੀ ਚਾਹੀਦਾ? ਕਹਿਣ ਲੱਗੇ ਸਾਧੂ ਦੀ ਸੰਗਤ ਵਿੱਚ ਜਾ। ਜੇ ਤੂੰ ਸਾਧੂ ਕੋਲ ਚਲਾ ਗਿਆ, ਗੁਰੂ ਕੋਲ ਚਲਾ ਗਿਆ, ਤੇ ਗੁਰੂ ਇੱਕ ਕੰਮ ਕਰੇਗਾ। ਹੰਕਾਰ ਵਿੱਚ ਕੀਤੇ ਹੋਏ ਪਾਪ ਤੇਰੇ ਮਿਟੈ ਪਾਪ ਸਭ ਕੋਟ ਕੋਟ, ਸਾਧੂ ਕੀ ਜੋ ਲੈ ਓਟ। ਗੁਰੂ ਦੀ ਓਟ ਲਈ ਤੇਰੇ ਕਰੋੜਾਂ ਪਾਪ ਨਾਸ਼ ਕਰ ਦੇਗਾ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਨਾ ਤੂੰ ਜਾਤ ਜਨਮ ਜੋਨ ਕੁਝ ਨਹੀਂ ਕਿਸੇ ਪਾਏਗਾ। ਗੁਰੂ ਦਾ ਨਾਮ ਜਪਿਆ ਕਰ। ਜਿੱਦਣ ਗੁਰੂ ਦੀ ਸੰਗਤ ਵਿੱਚ ਗਿਆ, ਨਾਮ ਜਪਾ ਕੇ ਤੇਰੇ ਕਰੋੜਾਂ ਪਾਪ ਨਾਸ਼ ਕਰ ਦੇਗਾ। ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ, ਜਿਹੜਾ ਦਾਗੀ ਤੇ ਦੋਸ਼ੀ ਹੋਏਗਾ, ਦਰਗਾਹ ਵਿੱਚ ਉਹਨੂੰ ਥਾਂ ਨਹੀਂ ਮਿਲੇਗੀ। ਉਸੇ ਵਕਤ ਰਿਟਰਨ ਉਹਨੂੰ ਧਰਤੀ ਤੇ ਦੁੱਖਾਂ ਲਈ ਭੇਜ ਦਿੱਤਾ ਜਾਏਗਾ। ਮਹਾਰਾਜ ਜੀ ਬਖਸ਼ਿਸ਼ ਕਰਦੇ। ਫਿਰ ਆਸ ਕੀ ਹੈ? ਹੁਣ ਆਖਰ ਤੇ ਕਹਿੰਦੇ ਨਿਰਾਸ਼ ਨਾ ਹੋ ਜਾਈ। ਹੰਕਾਰ ਕੀਤਾ, ਰੋਗ ਲੱਗਾ, ਦਾਗੀ ਹੋਇਆ, ਕੋਈ ਦੋਸ਼ ਲੱਗਾ ਤੇਰੇ ਸਿਰ ਤੇ, ਉਹ ਨਿਰਾਸ਼ ਨਾ ਹੋ ਜਾਈ। ਅੱਜ ਆਪਣੇ ਕਰੋੜਾਂ ਪਾਪ ਗੁਰੂ ਕੋਲ ਲੈ ਕੇ ਅੱਗੇ ਤੋਂ ਤੋਬਾ ਕਰਦੇ ਨਹੀਂ ਕਰਾਂਗਾ, ਜਾਂ ਗੁਰੂ ਤੇਰੇ ਕਰੋੜਾਂ ਪਾਪਾਂ ਦੀ ਜ਼ਿੰਮੇਵਾਰੀ ਚੁੱਕ ਲਏਗਾ। ਬਾਸ਼ਰਤ ਹੈ ਕਿ ਗਾਂ ਤੋਂ ਚੋਰ ਨਾ ਕਰੀ, ਕਿਉਂਕਿ ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਅੱਜ ਤੂੰ ਗੁਰੂ ਤੋਂ ਚੋਰੀ ਚੋਰੀ ਬਹੁਤ ਕੁਝ ਕਰ ਲੈਂਦਾ, ਤੇਰੀ ਹਮਾ ਨਹੀਂ ਭਰੀ ਜਾਣੀ। ਜਾਂ ਅੱਗੇ ਤੋਂ ਕਹਿ ਦਾਤਾ ਤੇਰੇ ਤੋਂ ਚੋਰੀ ਕੁਝ ਨਹੀਂ ਕਰਾਂਗਾ, ਗੁਰੂ ਤੇਰੇ ਨਾਲ ਖੜਾ, ਕਰੋੜਾਂ ਪਾਪਾਂ ਦੀ ਜ਼ਿੰਮੇਵਾਰੀ। ਅੱਜ ਮਹਾਰਾਜ ਕਹਿੰਦੇ ਨਿਰਾਸ਼ ਨਾ ਹੋਈ, ਹੁਣ ਤੇਰੇ ਤੇ ਕਿਰਪਾ ਹੋ ਸਕਦੀ ਹੈ। ਕਰਮ ਮਿਲੈ ਆਖਨ ਤੇਰਾ ਨਾਉ, ਜੇ ਤੇਰੇ ਤੇ ਕਰਮ ਬਖਸ਼ਿਸ਼ ਹੋ ਗਈ, ਕਰਮ ਮੀਨੰ ਕਿਰਪਾ, ਜੇ ਕਿਰਪਾ ਬਖਸ਼ਿਸ਼ ਨਦਰ ਹੋ ਗਈ ਤਾਂ ਗੁਰੂ ਨੇ ਤੇਰੇ ਕੋਲੋਂ ਆਪੇ ਹੀ ਅਖਵਾ ਲੈਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇਹਦੇ ਨਾਲ ਤੈਨੂੰ ਕੀ ਮਿਲੇਗਾ? ਜਿਤ ਲਗ ਤਰਣਾ ਹੋਰ ਨਹੀਂ ਥਾਓ, ਹੋਰ ਕੋਈ ਥਾਂ ਨਹੀਂ ਤੇਰੇ ਬਚਣ ਦਾ, ਇੱਕੋ ਹੀ ਰਸਤਾ ਹੈ। ਗੁਰੂ ਨੇ ਕਰਮ ਨਦਰ ਕਰ ਦਿੱਤੀ, ਤੂੰ ਸਰੈਂਡਰ ਕਰ। ਗੁਰੂ ਨਦਰ ਕਰਕੇ ਤੈਨੂੰ ਨਾਮ ਜਪਾਏਗਾ, ਔਰ ਥੋੜਾ ਜਪਿਆ ਨਾਮ ਵੀ ਤੈਨੂੰ ਦਰਗਾਹ ਵਿੱਚ ਛਡਾ ਦੇਗਾ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਜਦੋਂ ਜਾਮਣੀ ਭਰੀ ਜਾਂਦੀ ਹੈ, ਉੱਥੇ ਲਿਖੇ ਨਹੀਂ ਪੁੱਛੇ ਜਾਂਦੇ, ਪਰ ਉਹਦੇ ਵਾਸਤੇ ਤੈਨੂੰ ਕਹਿਣਾ ਪੈਣਾ ਮੈਂ ਨਹੀਂ ਕਛ ਹੋ ਨਹੀਂ ਕਿ ਸ਼ਾਹੇ ਨਾ ਮੋਰਾ, ਔਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇੱਕ ਕਸਾਈ ਵੀ ਰੱਬ ਵਿੱਚ ਭੇਦ ਹੁੰਦਾ ਹੈ। ਕਿੱਥੇ ਬੱਕਰੇ ਵੱਢਣ ਵਾਲੇ ਕਸਾਈ ਨੂੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ, ਇੱਕੋ ਹੀ ਕਾਰਨ ਹੈ, ਉਹ ਨਾਮ ਨੇ ਬਿਠਾਇਆ। ਜਿੱਦਣ ਕੋਈ ਅੰਦਰੋਂ ਸਰੈਂਡਰ ਕਰਕੇ ਕਹਿੰਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਅੱਜ ਮਹਾਰਾਜ ਨੇ ਕਿਹਾ ਇਹੀ ਰਸਤਾ ਤੈਨੂੰ ਤਾਰਨ ਦਾ ਹੈ। ਜੇ ਕੋ ਡੂਬੈ
ਫੇਰ ਹੋਵੇ ਸਾਰ। ਜਿਹੜਾ ਤਰਨ ਦੀ ਕੋਸ਼ਿਸ਼ ਕਰ ਰਿਹਾ, ਹੱਥ ਪੈਰ ਮਾਰਦਾ ਮੈਂ ਲੰਘ ਜਾਵਾਂਗਾ, ਉਹਨੂੰ ਨਹੀਂ ਜੇ ਗੁਰੂ ਤਾਰਦਾ। ਜਿਹੜਾ ਆਪਣੇ ਆਪ ਨੂੰ ਕਵੇ ਮੇਰੇ 'ਚ ਸਮਰੱਥਾ ਹੀ ਨਹੀਂ ਤਰਨ ਦੀ, ਆਪਣਾ ਆਪ ਛੱਡ ਦੇ ਗੁਰੂ ਤੇ, ਜਿੱਦਣ ਡੁੱਬੇਗਾ ਗੁਰੂ ਤੇਰੀ ਸਾਰ ਲਏਗਾ, ਤੇਰੀ ਸੰਭਾਲ ਕਰੇਗਾ। ਆਪਣੀ ਕੋਸ਼ਿਸ਼ ਯਤਨ ਅਕਲ ਛੱਡ ਦੇਈ, ਹੱਥ ਜੋੜ ਕੇ ਕਹੀਂ ਦਾਤਾ ਮੇਰੀ ਮਤ ਥੋੜੀ, ਮੇਰੇ ਕੋਲ ਇੰਨੀ ਅਕਲ ਮਤ ਨਹੀਂ, ਮਹਾਰਾਜ ਮੇਰੀ ਮਤ ਥੋੜੀ ਹੈ, ਆਪੇ ਸਿਰ ਤੇ ਹੱਥ ਰੱਖ ਕੇ ਕਿਰਪਾ ਕਰ ਦਿਓ। ਫਿਰ ਗੁਰੂ ਅੱਗੇ ਸਮਰਪਣ ਕਰ ਤੇ ਮਹਾਰਾਜ ਕਹਿੰਦੇ ਉਹ ਤੈਨੂੰ ਸੰਭਾਲ ਕਰੇਗਾ। ਇੱਕ ਬੇਨਤੀ ਸੁਣ ਲਿਓ, ਸਮਾਂ ਸਮਾਪਤ ਹੋ ਗਿਆ, ਧਿਆਨ ਨਾਲ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਦੀਵੇ ਦਾ ਇਸ਼ਕ ਕਰਕੇ ਪਤੰਗਾ ਆਉਂਦਾ ਉਹ ਸਾੜ ਦਿੰਦਾ, ਪਰ ਉਹਦੀ ਪ੍ਰੀਤ ਬੜੀ ਕਾਬਿਲ ਹੈ। ਦੂਜੀ ਗੱਲ, ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਬਦਲੇ 'ਚ ਪਾਣੀ ਕੁਝ ਨਹੀਂ ਦਿੰਦਾ। ਰਹੀਮ ਨੇ ਇੱਕ ਥਾਂ ਤੇ ਦੁਆ ਲੇਗਾ, ਪੰਛੀ ਤੇ ਉੜ ਜਾਂਦੇ ਨੇ, ਪਾਣੀ ਸੁੱਕ ਜਾਏ ਕਿਸੇ ਤਲਾਬ ਵਿੱਚ, ਪੰਛੀ ਉੜ ਜਾਂਦੇ ਨੇ, ਕਿਤੇ ਹੋਰ ਚਲੇ ਜਾਣਗੇ, ਉਹ ਦੱਸੋ ਮੱਛੀ ਕਿੱਥੇ ਜਾਵੇ, ਉਹਨੂੰ ਕਿਹੜਾ ਖੰਭ ਲੱਗੇ ਨੇ, ਉਹ ਵਿਚਾਰੀ ਵਿੱਚ ਤੜਫ ਜਾਂਦੀ ਹੈ, ਉਹ ਮਰਦੀ ਹੈ। ਉਹਦੀ ਪ੍ਰੀਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਈ, ਪਰ ਬਦਲੇ ਵਿੱਚ ਪਾਣੀ ਕੁਝ ਨਹੀਂ ਦਿੰਦਾ। ਸਿੱਖਾ ਕਿਤੇ ਗੁਰੂ ਨਾਲ ਤੂੰ ਪ੍ਰੀਤ ਕਰਕੇ ਵੇਖ, ਉਹ ਬਾਕੀ ਪ੍ਰੀਤਾਂ ਦੁਖਦਾਈ ਨੇ, ਤਾਂ ਵੀ ਮੱਛੀਆਂ ਤੇ ਭੌਰੇ ਔਰ ਪਤੰਗੇ ਪ੍ਰੀਤ ਕਰਦੇ ਨੇ, ਤੇਰੀ ਪ੍ਰੀਤ ਸੁਖਦਾਈ ਹੈ, ਕਰਕੇ ਵੇਖਿਆ ਕਰ। ਇਹ ਪ੍ਰੀਤ ਕਦੇ ਤੈਨੂੰ ਦੁੱਖ ਨਹੀਂ ਦੇਗੀ। ਤੂੰ ਇੱਕ ਕਦਮ ਗੁਰੂ ਵੱਲ ਤੁਰੇਗਾ, ਗੁਰੂ ਕਰੋੜਾਂ ਕਦਮ ਅੱਗੇ ਹੋ ਜਾਏਗਾ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ, दीप के महा विपरीत मिले जा रहे हैं, अल चल अवध कवल पैसने कर, कमल संपट बांध प्राण पर हार है, मन बच क्रम जल मीन लिव लीन गत, बिशरत राखना सख्त कै डार है, दुखदाई प्रीत कै प्रतीत कै मरै न टरे, गुर सिख सुखदाई प्रीत क्यों बसार। तेरी ते सुखां वाली प्रीत है, तू एक कदम होने गुरु करोड़ां कदम अगे हुंदा, फिर तू क्यों नहीं गुरु वल तुरदा। प्रीत करके वेख, जेड़े निपाने निमाणे ते निताने हो गए। कलगीधर दशमेश पिता सच्चे पातशाह दे महल माता सुंदर कौर जी दे कोल किसी ने एक बच्चा छड़ दिता। महाराज गरीब हाँ, पालिया नहीं जाना। अज माता सुंदर कौर जी का जन्म दिहाड़ा भी मनाया जा रहा, और जदों छड़ दिता वो बच्चा, मां ने पालिया, उन्होंने कीर्तन सिखाया, उन्होंने गुण सिखाए। एक समा आया जिदन 16 साल का करके उन्होंने सिख कौम के एक बहुत बड़े जरनैल जोधे ते नाम रसीए दे कोल छड़ दिता, और कहा इसका ख्याल रखना बेटा। नाल हुक्मनामा दिता। माता सुंदर कौर जी ने गुरु गोबिंद सिंह महाराज जी तो बाद पंथ की अगवाई भी की। अनेकों हुक्मनामे अज माता सुंदर कौर जी ने मिलते हैं। और जदों उस बच्चे नूं छड़ दिता, क्या ख्याल रखियो ये साडा बच्चा है, बड़े प्यार नाल पालिया। मैं अगे भी एक बार बेनती की, दिल्ली रहन करके वो हिंदी बोलता सी, उन्हें बोलदियां बोलदियां हम तो तुम तो कहना खालसिया ने मखौल किया। एक दिन रो के कहंदा जथेदार नूं हाथ जोड़ के, नवाब कपूर सिंह जी होरां नूं कहण लगा, जथेदार जी मैनू ते घर ही भेज दिओ जां माता सुंदर कौर जी कोल भेज दिओ, मैनू ते किते होर छुट्टी दे दिओ, ये मैनू मखौल करदे ने, मैनू मजाक करदे ने। ते नवाब कपूर सिंह ने बाहों फड़ के कहा, अखां विच अखां पा के, ओए बच्चे ये गुरु गोबिंद सिंह महाराज दे खालसे ने, ये गुरु गोबिंद सिंह महाराज दा साजिया खालसा है। इनू गुरु गोबिंद सिंह महाराज ने कहा सी, नहीं की कृपा के सजे हम है, नहीं मोह से गरीब करोड़ परे, ये मजाक मखौल दा गुस्सा ना करी। इस खालसे ने मेरे वल वेख घोड़ियां दी लिद चुकन वाले नू नवाबी दे दिती। ओए तू मन नीमा रख के इस खालसा पंथ दी सेवा करी, तेनू पता नहीं की दे देगा। परत के कृपा हुई, उसे बच्चे नू खालसा पंथ ने बहुत वड्डी पदवी दिती। कल्ले नवाब दी नहीं, खालसा पंथ ने फिर पदवी दिती सुल्तान ने उल कौम नवाब जस्सा सिंह आलूवालिया, एडी वड्डी पदवी दिती। ये सब कुछ मां सुंदर कौर जी की असीस सी। अरदास करियो कलगीधर पातशाह, ए गुरु रामदास सच्चे पातशाह, साडे सीस ते हथ रखो, असीं तुहाडी किरपा नजर लै सकीए। फिर गुरु सारे दुखां रोगां दी ते गुनाहां दी जिम्मेवारी लै लैंदे हन। नानक साचा सर्ब दातार। वो फिर जदों कोई डुबदा है ओदी संभाल भी करदा है, उत्ते सिलेंडर करदा है, अपने आप नूं समर्पण करदा है। नानक साचा सर्ब दातार, वो बहुत वड्डा दाता है, वो दयालु है, साडे औगणां ते तरस कर सकदा। इत्थे आउंदे हो गुरु रामदास साहब जी के चरणों में झोली अड्ड के अरदास करिया करो, महाराज औगणा नाल भरे आ, तुसीं किरपा नदर पा दिओ। हम अवगण भरे एक गुण नाही, अमृत छाड़ बिख बिख खाही,
ਤੁਸੀਂ ਪ੍ਰੇਮ ਨਾਲ ਆਇਓ। ਇੰਨਾ ਵੱਡਾ ਸਥਾਨ ਹੈ। ਇੱਕ ਬੇਨਤੀ ਮੈਂ ਕਰਾਂਗਾ, ਸਾਧ ਸੰਗਤ, ਹਰਮੰਦਰ ਸਾਹਿਬ ਦੀ ਸਰੋਵਰ ਦੀ ਪਰਿਕਰਮਾ ਵਿੱਚ ਕੋਈ ਵੀ ਸਿੱਖ ਬੋਲ ਕੇ ਗੱਲਾਂ ਕਰਕੇ ਨਾ ਤੁਰੇ। ਜਿੰਨਾ ਚਿਰ ਪਰਿਕਰਮਾ ਕਰਨੀ ਅੰਦਰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਿਉ। ਇਹ ਕੋਈ ਛੋਟਾ ਸਥਾਨ ਨਹੀਂ। ਇੱਥੋਂ ਡਾਇਰੈਕਟ ਦੁਨੀਆ ਦਾ ਸੰਚਾਲਨ ਚੱਲਦਾ, ਡਾਇਰੈਕਟ। ਹੀਥਰੋ ਹਵਾਈ ਅੱਡੇ ਤੇ, ਹੀਥਰੋ ਹਵਾਈ ਅੱਡਾ ਇੰਗਲੈਂਡ, ਉੱਥੇ ਇੱਕ ਗੋਰੀ ਕੰਮ ਕਰ ਰਹੀ ਸੀ, ਉਹਦੇ ਪਲੇਟ ਲੱਗੀ ਸੀ, ਉਹਦਾ ਨਾਮ ਸੀ ਮਿਸ ਜੀਨ। ਜਦੋਂ ਉਹਨੇ ਸਿੱਖ ਨੂੰ ਵੇਖਿਆ, ਮਿਸਟਰ ਸਿੰਘ ਕਿੱਥੇ ਚੱਲੇ ਹੋ? ਇੱਕ ਪੁਸਤਕ ਵਿੱਚ ਜ਼ਿਕਰ ਆਇਆ ਹਰਮੰਦਰ ਦਰਸ਼ਨ ਵਿੱਚ। ਤਾਂ ਉਹਨੇ ਪੁੱਛਿਆ ਕਿੱਥੇ ਚੱਲੇ ਹੋ? ਉਹਨੇ ਕਿਹਾ ਇੰਡੀਆ। ਉਹਨੇ ਕਿਹਾ ਅੰਮ੍ਰਿਤਸਰ ਜਾਓਗੇ? ਤੇ ਸਿੰਘ ਨੇ ਕਿਹਾ ਹਾਂ ਜੀ, ਪਹਿਲਾਂ ਉਤਰਦਿਆਂ ਸਾਰ ਮੈਂ ਹਰਮੰਦਰ ਸਾਹਿਬ ਜਾਣਾ ਹੈ। ਗੋਰੀ ਦੀਆਂ ਅੱਖਾਂ ਵਿੱਚ ਵਿਰਾਗ ਆ ਗਿਆ। ਉਸ ਅੰਗਰੇਜ਼ ਔਰਤ ਨੇ ਕਿਹਾ ਮੇਰੀ ਵੀ ਨਮਸਕਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਕਰ ਦਿਓ। ਸਿੱਖ ਦਾ ਹਿਰਦਾ ਝੁਕ ਗਿਆ। ਓਏ ਮੇਰੇ ਅੰਦਰ ਇੰਨਾ ਚਾਉ ਨਹੀਂ ਜਿੰਨਾ ਇਹਦੇ ਅੰਦਰ ਚਾਉ ਬਣਿਆ। ਉਹਦੀਆਂ ਬਾਤਾਂ ਤੋਂ ਇੰਜ ਲੱਗਦਾ ਸੀ ਸਤਕਾਰ ਉਹਨੇ ਹੀਥਰੋ ਹਵਾਈ ਅੱਡੇ ਇੰਗਲੈਂਡ ਤੇ ਦਿੱਤਾ। ਇੰਜ ਲੱਗਦਾ ਸੀ ਉਸ ਬੰਦੇ ਨੂੰ ਜਿਵੇਂ ਮੈਂ ਤੇ ਅਜੇ 10-12 ਘੰਟਿਆਂ ਨੂੰ ਪਹੁੰਚਣਾ, ਪਰ ਇਸ ਬੀਬੀ ਦਾ ਦਿੱਤਾ ਸਤਕਾਰ ਜਿਵੇਂ ਹੁਣੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚਲਾ ਗਿਆ। ਉਹ 12 ਘੰਟਿਆਂ ਬਾਅਦ ਪਹੁੰਚੇ ਹਰਮੰਦਰ ਸਾਹਿਬ। ਇੱਥੇ ਦਰਸ਼ਨੀ ਡਿਓੜੀ ਵਿੱਚ ਰੋ ਪਿਆ। ਪਤਾ ਕਿਉਂ? ਜਦੋਂ ਉਹਨੇ ਸਾਹਮਣੇ ਨਜ਼ਰ ਮਾਰੀ, ਉਹਦੀਆਂ ਅੱਖਾਂ ਨੂੰ ਇਹ ਦਿਸਿਆ ਜਿਹੜੀ ਅੰਗਰੇਜ਼ ਔਰਤ ਹੀਥਰੋ ਹਵਾਈ ਅੱਡੇ ਇੰਗਲੈਂਡ ਮਿਲੀ ਸੀ, ਉਹ ਮੇਰੇ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਰਹੀ ਹੈ, ਮੇਰੇ ਤੋਂ ਵੀ ਪਹਿਲਾਂ। ਉਹ ਸਿੱਖਾ ਇੰਨਾ ਵੱਡਾ ਸਥਾਨ ਹੈ। ਇੱਥੋਂ ਦਾ ਪ੍ਰਸਾਰਣ ਵਿਦੇਸ਼ਾਂ ਵਿੱਚ ਲੋਕਾਂ ਨੂੰ ਸੁਰਤ ਨਾਲ ਸੁਣਦਾ। ਵਿਦੇਸ਼ ਤੋਂ ਬੈਠਿਆਂ ਦੀ ਸੁਰਤ ਕਰਕੇ ਇੱਥੇ ਹਾਜ਼ਰੀ ਲੱਗਦੀ। ਤੂੰ ਤੇ ਸ਼ਰੀਰ ਕਰਕੇ ਆਉਣਾ, ਤੂੰ ਕਿਉਂ ਸੰਸਾਰੀ ਗੱਲਾਂ ਕਰਦਾ? ਆਓ ਗੁਰੂ ਦੇ ਚਰਨਾਂ 'ਚ ਝੋਲੀਆਂ ਭਰੀਏ। ਸਭ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਆਪ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਹਨ। ਕਰੋੜਾਂ ਵਾਰ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ ਦਾ, ਜੋ ਸੀਸ ਤੇ ਹੱਥ ਰੱਖ ਕੇ ਯੋਗ ਨਹੀਂ ਇਸ ਤਰਸ ਕਰ ਦਿੰਦੇ ਨੇ, ਦਇਆ ਕਰਦੇ ਹਨ। ਆਪ ਸੰਗਤ ਦਾ ਧੰਨਵਾਦ, ਸਿੰਘ ਸਾਹਿਬਾਨ ਜੀ ਦਾ ਧੰਨਵਾਦ, ਸਮੁੱਚੇ ਪ੍ਰਬੰਧਕ ਕਮੇਟੀ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ। ਸ਼ੁੱਧ ਪਾਠ ਕਰਦੇ ਹਨ, ਪੜਨ ਦੇ ਨਾਲ ਅਰਥ ਸਮਝ ਆ ਜਾਂਦੇ ਨੇ। ਗੁਰੂ ਇਸੇ ਤਰ੍ਹਾਂ ਸੀਸ ਤੇ ਹੱਥ ਰੱਖਣ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੀ ਸੇਵਾ ਵਿੱਚ ਪਿਆਰ ਬਖਸ਼ਿਸ਼ ਕਰਨ। ਆਓ ਆਖਰੀ ਪੰਕਤੀਆਂ ਸੁਣ ਕੇ ਆਪਾਂ ਸੀਸ ਪ੍ਰਾਪਤ ਕਰੀਏ ਜੀ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।